ਨੈਕਸਟ ਹੈਗਾ ਆ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ, ਜਿਹੜਾ 1986 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਅਤੇ ਉਹਦੇ ਵਿੱਚ ਕੀ ਕੀਤਾ ਗਿਆ ਸੀ, ਜਿੱਦਾਂ ਪਹਿਲਾਂ ਵੀ ਗੱਲ ਹੋਈ ਕਿ ਉਹਦੇ ਵਿੱਚ ਉਪਰਾਲੇ ਕੀਤੇ ਗਏ, ਯਤਨ ਕੀਤੇ ਗਏ ਕਿ ਜਿਹੜੇ ਕੰਜ਼ਿਊਮਰਸ ਨੇ, ਉਪਭੋਗਤਾ ਨੇ, ਉਹਨਾਂ ਦੀਆਂ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਉਹਨਾਂ ਦੇ ਸ਼ੋਸ਼ਣ ਦੇ ਪ੍ਰਤੀ ਜੋ ਵੀ ਉਹਨਾਂ ਨੂੰ ਸ਼ੋਸ਼ਣ ਕਰਦੇ ਨੇ ਵਿਕਰੇਤਾ ਜਾਂ ਉਤਪਾਦਕ, ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ ਅਤੇ ਜਿਹੜੇ ਉਪਭੋਗਤਾ ਹੈ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ, ਉਹਨਾਂ ਸ਼ਿਕਾਇਤਾਂ ਦਾ ਨਿਵਾਰਨ ਕੀਤਾ ਜਾਵੇ। ਇਹਦੇ ਲਈ 3 ਪੱਧਰੀ ਅਰਧ ਨਿਆਇਕ ਪ੍ਰਣਾਲੀ ਸੈਮੀ ਜੁਡੀਸ਼ੀਅਲ ਜਿਹੜੀ ਸਿਸਟਮ ਆ ਉਹ ਸਥਾਪਨਾ ਕੀਤੀ ਗਈ, ਜ਼ਿਲ੍ਹਾ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ 'ਤੇ। ਅਤੇ ਪਿਛਲੇ ਲਗਭਗ 30 ਸਾਲਾਂ ਤੋਂ ਕਿੰਨੇ ਹੀ ਲੱਖਾਂ ਮੁਕੱਦਮਿਆਂ ਦੇ ਵਿੱਚ ਇਹਦੇ ਵਿੱਚ ਉਪਭੋਗਤਾਵਾਂ ਦੀ ਸ਼ਿਕਾਇਤਾਂ ਦਾ ਜਿਹੜਾ ਹੱਲ ਕੀਤਾ ਜਾ ਚੁੱਕਾ। 80% ਮੁਕੱਦਮਿਆਂ ਦੇ ਵਿੱਚ ਉਪਭੋਗਤਾਵਾਂ ਦੇ ਪੱਖ ਦੇ ਵਿੱਚ ਫੈਸਲੇ ਲਿੱਤੇ ਗਏ ਨੇ। ਅਤੇ ਇਹਦਾ ਬਾਅਦ ਵਿੱਚ ਹੋਰ ਜ਼ਿਆਦਾ ਇਹਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ, ਇਸ ਐਕਟ ਨੂੰ ਬਣਾਉਣ ਵਾਸਤੇ ਪ੍ਰਭਾਵਸ਼ਾਲੀ 1993 ਅਤੇ 2002 ਦੇ ਵਿੱਚ ਇਹਦੇ ਵਿੱਚ ਕੁਛ ਜ਼ਰੂਰੀ ਸੋਧਾਂ ਅਮੈਂਡਮੈਂਟਸ ਵੀ ਕੀਤੀਆਂ ਗਈਆਂ ਸੀਗੀਆਂ। ਇਹਦੀਆਂ ਖਾਸ ਗੱਲਾਂ ਹੈਗੀਆਂ ਇਸ ਐਕਟ ਦੀਆਂ। ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟਸ ਸ਼ਾਮਲ ਨੇ, ਵਸਤੂਆਂ ਸੇਵਾਵਾਂ ਦੋਨੋਂ ਹੀ ਸ਼ਾਮਲ ਕੀਤੀਆਂ ਜਾਂਦੀਆਂ ਨੇ। ਅਤੇ ਇਹ ਪ੍ਰੋਡਕਟ ਜਿਹੜਾ ਐਕਟ ਹੈਗਾ ਸਾਰਿਆਂ ਮਦਾਂ ਦੇ ਉੱਤੇ ਲਾਗੂ ਹੁੰਦਾ ਆ। ਠੀਕ ਹੈ, ਸਿਰਫ ਉਹ ਮਦਾਂ ਇਹਦੇ ਪ੍ਰਭਾਵ ਤੋਂ ਬਾਹਰ ਨੇ ਜਿਹਨੂੰ ਗੌਰਮੈਂਟ ਆਪਣੇ ਔਡਰ ਦੇ ਰਾਹੀਂ ਬਾਹਰ ਰੱਖਣਾ ਚਾਹੁੰਦੀ ਆ। ਇਹਦੇ ਵਿੱਚ ਪ੍ਰਾਈਵੇਟ ਸੈਕਟਰ, ਪਬਲਿਕ ਸੈਕਟਰ ਜਾਂ ਦੋਨਾਂ ਦੇ ਕੰਬਾਈਨਡ ਸੈਕਟਰ ਦੇ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹਦਾ ਜਿਹੜਾ ਐਕਟ ਆ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986, ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਕਿਸੇ ਦੇ ਨਾਲ ਅਗਰ ਕਿਸੇ ਕੰਜ਼ਿਊਮਰ ਦੇ ਨਾਲ ਕੋਈ ਵੀ ਫਰੋਡ ਵਗੈਰਾ ਹੋਇਆ ਤਾਂ ਉਹਨਾਂ ਨੂੰ ਹਾਨੀ ਪੂਰਤੀ ਕੀਤੀ ਜਾਵੇ ਉਹਨਾਂ ਦੀ, ਅਤੇ ਉਸ ਧਿਰ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨੂੰ ਸੰਤੁਸ਼ਟੀ ਮਿਲੇ। ਅਤੇ ਇਹਦੇ ਰਾਹੀਂ ਕੰਜ਼ਿਊਮਰ ਦੇ ਰਾਈਟਸ ਦੇ ਦੀ ਪ੍ਰੋਟੈਕਸ਼ਨ ਕੀਤੀ ਜਾਂਦੀ ਹੈ। ਉਹਨਾਂ ਨੂੰ ਸੇਫਟੀ ਮਾਈਅਰਸ ਨੂੰ ਸਹੀ ਤਰੀਕੇ ਨਾਲ ਜਿਹੜਾ ਹੈ ਲਾਗੂ ਕਰਨ ਦੇ ਉੱਤੇ ਵੀ ਇਹ ਐਕਟ ਦਾ ਜ਼ੋਰ ਰਹਿੰਦਾ ਹੈ। ਅਤੇ ਇਹਦੇ ਵਿੱਚ 3 ਪੱਧਰੀ ਸਿਸਟਮ ਹੈਗਾ ਹੈ, ਜ਼ਿਲ੍ਹਾ ਪੱਧਰ 'ਤੇ ਜਿਹਨੂੰ ਜ਼ਿਲ੍ਹਾ ਮੰਚ ਵੀ ਕਹਿੰਦੇ ਆ, ਰਾਸ਼ਟਰੀ ਪੱਧਰ 'ਤੇ ਅਤੇ ਰਾਜ ਪੱਧਰ 'ਤੇ, ਸਟੇਟ ਲੈਵਲ 'ਤੇ ਵੀ ਜਿਹੜਾ ਹੈਗਾ ਆ ਉਹ ਸਿਸਟਮ ਤਿਆਰ ਕੀਤਾ ਗਿਆ ਹੈ। ਇਹਦੇ ਵਿੱਚ ਜਿਹੜੀਆਂ ਸੋਧਾਂ ਹੋਈਆਂ 93 ਅਤੇ 2002 ਦੇ ਵਿੱਚ, ਇਹ ਇੰਨੀਆਂ ਇੰਪੋਰਟੈਂਟ ਨਹੀਂ ਆ। ਇਨ ਕੇਸ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਇਹਨੂੰ ਰੀਡਿੰਗ ਇੱਕ ਵਾਰ ਜ਼ਰੂਰ ਲੈ ਲਿਓ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਿਸਟਮ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਜਿਹੜਾ ਸਿਸਟਮ ਅਡੋਪਟ ਕੀਤਾ ਗਿਆ, ਤਿਆਰ ਕੀਤਾ ਗਿਆ, ਉਹਦੀ ਗੱਲ ਕਰਦੇ ਹਾਂ। ਜਿਹੜਾ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦਾ ਤੁਸੀਂ ਚਾਰਟ ਦੇਖੋਗੇ, ਇਹਦੇ ਵਿੱਚ 1986 ਦੇ ਵਿੱਚ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਲਾਗੂ ਕੀਤਾ ਗਿਆ ਸੀ, ਉਹਦੇ ਵਿੱਚ 2 ਚੀਜ਼ਾਂ ਜਿਹੜੀਆਂ ਨੇ ਬਣਾਈਆਂ ਗਈਆਂ ਸੀਗੀਆਂ। ਇੱਕ ਤਾਂ ਸੀਗੀਆਂ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲਸ, ਉਪਭੋਗਤਾ ਸੁਰੱਖਿਆ ਪਰਿਸ਼ਦਾਂ। ਇਹਦੇ ਵਿੱਚ ਵੀ ਜ਼ਿਲ੍ਹਾ ਪੱਧਰ 'ਤੇ, ਰਾਜ ਪੱਧਰ 'ਤੇ ਅਤੇ ਕੇਂਦਰੀ ਪੱਧਰ 'ਤੇ ਉਪਭੋਗਤਾ ਸੁਰੱਖਿਆ ਪਰਿਸ਼ਦਾਂ ਜਾਂ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲਸ ਜਿਹੜੀਆਂ ਨੇ ਬਣਾਈਆਂ ਗਈਆਂ, ਡਿਸਟ੍ਰਿਕਟ ਲੈਵਲ 'ਤੇ, ਸਟੇਟ ਲੈਵਲ 'ਤੇ, ਐਜ਼ ਵੈਲ ਐਜ਼ ਨੈਸ਼ਨਲ ਲੈਵਲ 'ਤੇ। ਅਤੇ ਇੱਕ ਇਹ ਸੀਗਾ, ਅਤੇ ਦੂਸਰਾ ਸੀਗਾ ਕਿ ਜੋ ਕੰਜ਼ਿਊਮਰ ਕੋਰਟਸ, ਜਿਹਨੂੰ ਆਪਾਂ ਅਦਾਲਤਾਂ ਵੀ ਕਹਿੰਦੇ ਹਾਂ, ਕੰਜ਼ਿਊਮਰ ਕੋਰਟਸ, ਉਹਨਾਂ ਦਾ ਵੀ ਨਿਰਮਾਣ ਕੀਤਾ ਗਿਆ, ਜਿੱਥੇ ਕੰਜ਼ਿਊਮਰਸ ਦੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਜ਼ਿਲ੍ਹਾ ਪੱਧਰ 'ਤੇ, ਡਿਸਟ੍ਰਿਕਟ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ ਅਤੇ ਰਾਸ਼ਟਰੀ ਪੱਧਰ 'ਤੇ ਜਿਹੜੇ ਕਮਿਸ਼ਨ ਤਿਆਰ ਕੀਤੇ ਗਏ ਜਾਂ ਮੰਚ ਤਿਆਰ ਕੀਤੇ ਗਏ, ਆਯੋਗ ਤਿਆਰ ਕੀਤੇ ਗਏ। ਅਤੇ ਇਸ ਤਰੀਕੇ ਨਾਲ 2 ਚੀਜ਼ਾਂ ਜਿਹੜੀਆਂ ਇਹਦੇ ਵਿੱਚ ਖਾਸ ਤੁਸੀਂ ਧਿਆਨ ਦੇਣੀਆਂ ਹੈਗੀਆਂ ਨੇ। ਇਹਨਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲਸ, ਇਹਨਾਂ ਦੇ ਦੀ ਨਿਰਮਾਣ ਜਾਂ ਇਹਨਾਂ ਦੀ ਸਥਾਪਨਾ ਕਿਉਂ ਕੀਤੀ ਗਈ ਸੀ? ਕੰਜ਼ਿਊਮਰਸ ਦੇ ਹਿੱਤਾਂ ਦੀ ਰਾਖੀ ਕਰਨ ਲਈ। ਜੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਬਣਾਇਆ ਗਿਆ, ਉਹਦੇ ਵਿੱਚ ਉਪਭੋਗਤਾ ਸੁਰੱਖਿਆ ਕਾਊਂਸਿਲ ਦੀ ਸਥਾਪਨਾ ਦੀ ਵਿਵਸਥਾ ਕੀਤੀ ਗਈ ਸੀ। ਇਹਦੇ ਵਿੱਚ ਇਸ ਐਕਟ ਦੀ ਧਾਰਾ 4 ਤੋਂ ਲੈ ਕੇ 8 ਤੱਕ ਜਿਹੜੀਆਂ ਧਾਰਾਵਾਂ ਹੈਗੀਆਂ ਨੇ ਉਹ ਇਸੇ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲ CPCs ਦੇ ਬਾਰੇ ਹੀ ਦੱਸਦੀਆਂ ਨੇ। ਅਤੇ ਇਹਦੀ ਸਥਾਪਨਾ ਕੇਂਦਰੀ ਪੱਧਰ, ਰਾਜ ਪੱਧਰ, ਜ਼ਿਲ੍ਹਾ ਪੱਧਰ ਤਿੰਨਾਂ 'ਤੇ ਕੀਤੀ ਗਈ ਆ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲ ਜਿਹੜੀ ਉਹਦੇ ਬਾਰੇ ਪੜ੍ਹਦੇ ਹਾਂ। ਸੈਕਸ਼ਨ 4 ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦਾ ਹੈਗਾ, CPA ਦਾ ਸੈਕਸ਼ਨ 4, ਉਹਦੇ ਵਿੱਚ ਇਹਦੀ ਬਾਰੇ ਲਿਖਿਆ ਹੋਇਆ। ਅਤੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀ ਇਹ ਕੇਂਦਰ ਸਰਕਾਰ ਆ, ਸੈਂਟਰਲ ਗੌਰਮੈਂਟ ਜਿਹੜੀ ਹੋਊਗੀ ਮੌਕੇ ਦੀ, ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤਰ੍ਹਾਂ ਦੀ ਕਾਊਂਸਿਲ ਦੀ ਸਥਾਪਨਾ ਕਰ ਸਕਦੀ ਹੈ। ਅਤੇ ਇਹਦਾ ਮੁਖੀ ਕੌਣ ਹੋਊਗਾ? ਜਿਹੜਾ ਕੇਂਦਰ ਦਾ ਮੰਤਰੀ ਹੈਗਾ ਆ, ਕਿਹੜਾ? ਉਪਭੋਗਤਾ ਮਾਮਲਿਆਂ ਦਾ, ਕੰਜ਼ਿਊਮਰ ਅਫੇਅਰਸ ਮਿਨਿਸਟਰ ਜਿਹੜਾ ਹੋਊਗਾ ਸੈਂਟਰ ਦਾ, ਉਹ ਇਹਦਾ ਮੁਖੀ ਹੋਊਗਾ। ਇਹਦੇ ਵਿੱਚ ਮੈਂਬਰਸ 150 ਤੱਕ ਹੋ ਸਕਦੇ, 3 ਸਾਲ ਤੱਕ ਇਹ ਪਰਿਸ਼ਦ ਕੰਮ ਕਰੂਗੀ। ਲੋੜ ਪੈਣ 'ਤੇ ਇਹਦੀ ਮੀਟਿੰਗ ਸੱਦੀ ਜਾ ਸਕਦੀ ਆ। ਹਰ ਸਾਲ ਇਹਦੀ ਘੱਟੋ ਘੱਟ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ। ਇਹਦੇ ਵਿੱਚ ਜਿਹੜੇ ਮੈਂਬਰ ਹੋਣਗੇ ਉਹਨਾਂ ਦੇ ਸੰਬੰਧੀ ਜਾਣਕਾਰੀ ਇਹ ਦਿੱਤੀ ਗਈ ਆ ਕਿ ਜਿਹੜਾ ਕੇਂਦਰ ਸਰਕਾਰ ਦਾ ਮੰਤਰੀ ਹੈਗਾ ਉਪਭੋਗਤਾ ਮਾਮਲਿਆਂ ਦਾ, ਕੰਜ਼ਿਊਮਰ ਅਫੇਅਰ ਮਿਨਿਸਟਰ ਜਿਹੜਾ ਹੁੰਦਾ, ਉਹ ਇਸ ਪਰਿਸ਼ਦ ਦਾ ਮੁਖੀ ਹੋਊਗਾ। ਉਸ ਤੋਂ ਇਲਾਵਾ ਉਹਦਾ ਜਿਹੜਾ ਵਾਈਸ ਮੁਖੀ ਜਾਂ ਚੇਅਰਮੈਨ ਜਾਂ ਪ੍ਰੈਜ਼ੀਡੈਂਟ ਹੋਊਗਾ, ਜਿਹੜਾ ਉਹ ਕੇਂਦਰ ਸਰਕਾਰ
ਵਿੱਚ ਜਿਹੜਾ ਰਾਜ ਮੰਤਰੀ ਹੈਗਾ ਆ ਕੰਜ਼ਿਊਮਰ ਅਫੇਅਰਸ ਦਾ ਉਹ ਹੋਊਗਾ। ਤੀਸਰੇ ਨੰਬਰ 'ਤੇ ਜਿਹੜੇ ਰਾਜਾਂ ਦੇ ਵਿੱਚ ਉਪਭੋਗਤਾ ਮਾਮਲਿਆਂ ਦੇ ਮੰਤਰਾਲਿਆਂ ਦੇ ਮੰਤਰੀ ਜਾਂ ਖੁਰਾਕ ਜਾਂ ਨਾਗਰਿਕ ਪੂਰਤੀ ਮੰਤਰਾਲਿਆਂ ਦੇ ਮੰਤਰੀ ਆ, ਉਹ ਵੀ ਇਸ ਦੇ ਮੈਂਬਰ ਹੋਣਗੇ। ਭਾਰਤੀ ਸੰਸਦ ਜਿਹੜੀ ਹੈਗੀ ਲੋਕ ਸਭਾ ਰਾਜ ਸਭਾ, ਉਹਦੇ 8 ਮੈਂਬਰ ਇਹਦੇ ਵਿੱਚ ਸ਼ਾਮਲ ਹੋਣਗੇ, 5 ਲੋਕ ਸਭਾ ਤੋਂ 3 ਰਾਜ ਸਭਾ ਤੋਂ। ਜਿਹੜੇ 150 ਮੈਂਬਰ ਆਪਾਂ ਬਣਾਉਣੇ ਆ, ਇੱਦਾਂ ਬਣਾਉਣੇ ਆ। ਇਸ ਤੋਂ ਇਲਾਵਾ SC ਅਤੇ ST ਦੇ ਨਾਲ ਸੰਬੰਧਿਤ ਜਿਹੜੇ ਆਯੋਗ ਬਣੇ ਹੋਏ ਨੇ, ਉਹਨਾਂ ਦੇ ਮੁਖੀ ਵੀ ਇਹਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਜਿਹੜੇ ਵੱਖ-ਵੱਖ ਵਿਭਾਗ ਨੇ ਜੋ ਕਿ ਕੰਜ਼ਿਊਮਰਸ ਦੇ ਹਿੱਤਾਂ ਦੇ ਸੰਬੰਧ ਵਿੱਚ ਬਣਾਏ ਗਏ ਨੇ, ਉਹਨਾਂ ਦੇ ਜਿਹੜੇ ਨੁਮਾਇੰਦੇ ਹੈਗੇ ਜਿਨ੍ਹਾਂ ਦੀ ਗਿਣਤੀ ਵੱਧ ਤੋਂ ਵੱਧ 20 ਹੋ ਸਕਦੀ ਹੈ, ਉਹ ਵੀ ਇਸ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਇਹਦੇ ਵਿੱਚ ਉਪਭੋਗਤਾ ਸੰਗਠਨਾਂ ਦੇ ਜਿਹੜੇ ਕੰਜ਼ਿਊਮਰਸ ਔਰਗਨਾਈਜੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਜਾਂ ਉਪਭੋਗਤਾ ਜਿਨ੍ਹਾਂ ਦੀ ਗਿਣਤੀ ਘੱਟ ਤੋਂ ਘੱਟ 35 ਹੋਣੀ ਚਾਹੀਦੀ ਹੈ, ਉਹ ਵੀ ਇਹਦੇ ਮੈਂਬਰ ਹੋ ਸਕਦੇ ਆ। ਇਸ ਦੇ ਮੈਂਬਰਾਂ ਦੇ ਵਿੱਚ ਔਰਤਾਂ ਦੇ ਰਿਪਰੈਜ਼ੈਂਟੇਟਿਵਸ ਜਿਨ੍ਹਾਂ ਦੀ ਗਿਣਤੀ ਘੱਟ ਤੋਂ ਘੱਟ 10 ਹੋਣੀ ਚਾਹੀਦੀ ਹੈ, ਇਹਨੂੰ ਸ਼ਾਮਲ ਕੀਤਾ ਜਾ ਸਕਦਾ ਆ। ਇਸ ਦੇ ਮੈਂਬਰਾਂ ਦੇ ਵਿੱਚ ਕਿਸਾਨ, ਵਪਾਰੀ, ਉਦਯੋਗਪਤੀ, ਇਹਨਾਂ ਦੇ ਰਿਪਰੈਜ਼ੈਂਟੇਟਿਵਸ ਪ੍ਰਤੀਨਿਧੀ, ਇਹਨਾਂ ਦੀ ਗਿਣਤੀ 20 ਹੋ ਸਕਦੀ ਆ, ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ, ਉਹ ਵੀ ਸ਼ਾਮਲ ਕੀਤੇ ਜਾ ਸਕਦੇ ਨੇ। ਇਸ ਤੋਂ ਇਲਾਵਾ ਅਜਿਹੇ ਵਿਅਕਤੀ ਜੋ ਕਿਸੇ ਵੀ ਸ਼੍ਰੇਣੀ ਵਿੱਚ ਉੱਪਰ ਸ਼ਾਮਲ ਨਹੀਂ ਹੈ ਪਰੰਤੂ ਜੋ ਉਪਭੋਗਤਾਵਾਂ ਦੇ ਹਿੱਤਾਂ ਦਾ ਨੂੰ ਵੱਧ ਚੜ੍ਹ ਕੇ ਪੇਸ਼ ਕਰ ਸਕਦੇ ਆ, ਉਹ ਵੀ ਇਹਦੇ ਮੈਂਬਰ ਹੋ ਸਕਦੇ। ਇਹਨਾਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋ ਸਕਦੀ। ਅਤੇ ਇਸ ਤੋਂ ਇਲਾਵਾ ਲਾਸਟ ਵਿੱਚ ਖੁਰਾਕ ਅਤੇ ਨਾਗਰਿਕ ਪੂਰਤੀ ਵਿਭਾਗ ਦਾ ਜਿਹੜਾ ਸਕੱਤਰ ਹੋਊਗਾ, ਸੈਕਟਰੀ ਹੋਊਗਾ, ਕੇਂਦਰੀ ਉਪਭੋਗਤਾ ਸੰਰਖਣ ਪਰਿਸ਼ਦ ਦਾ ਸਕੱਤਰ ਹੁੰਦਾ ਹੈਗਾ। ਮਤਲਬ ਉਹ ਇਸ ਔਰਗਨਾਈਜੇਸ਼ਨ, ਇਸ ਕਾਊਂਸਿਲ ਦਾ ਉਹਨੂੰ ਸੈਕਟਰੀ ਅਪੋਇੰਟ ਕੀਤਾ ਜਾਊਗਾ। ਹੁਣ ਇਹ ਜਿਹੜੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲ ਆ, ਇਹ ਕੀ ਕੰਮ ਕਰੂਗੀ, ਇਹਦਾ ਉਦੇਸ਼ ਕੀ ਆ? ਸਾਰੇ ਦੇਸ਼ ਦੇ ਜਿਹੜੇ ਉਹ ਕੰਜ਼ਿਊਮਰਸ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ, ਉਹਨਾਂ ਦੇ ਅਧਿਕਾਰਾਂ ਨੂੰ ਪ੍ਰੋਤਸਾਹਿਤ ਕਰਨਾ। ਦੇਸ਼ ਦੇ ਵਿੱਚ ਜਿਹੜੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਧਾਰਾ 6 ਦੇ ਵਿੱਚ ਜੋ ਵੀ ਦਿੱਤੇ ਗਏ ਕੰਜ਼ਿਊਮਰਸ ਦੇ ਰਾਈਟਸ ਵਗੈਰਾ, ਉਹਦੀ ਰਾਖੀ ਅਤੇ ਪ੍ਰੋਤਸਾਹਨ ਲਈ ਉਪਰਾਲੇ ਕਰਨਾ, ਕੰਮ ਕਰਨਾ, ਐਫਰਟਸ ਕਰਨਾ। ਇਹ ਜਿੱਦਾਂ ਸੈਂਟਰ ਲੈਵਲ 'ਤੇ ਇੱਕ ਕਾਊਂਸਲ ਬਣਾਈ ਜਾਂਦੀ ਹੈ, ਉਸੇ ਤਰੀਕੇ ਨਾਲ ਸਟੇਟ ਲੈਵਲ 'ਤੇ ਵੀ ਕਾਊਂਸਲ ਬਣਾਈ ਜਾਂਦੀ ਹੈ, ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲ, ਸਟੇਟ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲ। ਇਹਦੇ ਲਈ ਰਾਜ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੀ ਆ ਅਤੇ ਇਹਦਾ ਮੁਖੀ ਰਾਜ ਸਰਕਾਰ ਦਾ ਜਿਹੜਾ ਉਪਭੋਗਤਾ ਮਾਮਲਿਆਂ ਦਾ ਮੰਤਰੀ ਹੁੰਦਾ ਹੈ, ਕੰਜ਼ਿਊਮਰ ਅਫੇਅਰ ਮਿਨਿਸਟਰ ਆਫ ਦਾ ਸਟੇਟ, ਉਹ ਹੁੰਦਾ ਹੈ। ਇਸ ਤੋਂ ਇਲਾਵਾ ਇਸ ਪਰਿਸ਼ਦ ਵਿੱਚ ਵੀ ਅਧਿਕਾਰਕ ਅਤੇ ਗੈਰ ਅਧਿਕਾਰਕ ਤੌਰ 'ਤੇ ਮੈਂਬਰ ਸ਼ਾਮਲ ਹੋ ਸਕਦੇ ਆ, ਜਿਨ੍ਹਾਂ ਦੀ ਗਿਣਤੀ ਵੱਧ ਤੋਂ ਵੱਧ 10 ਹੁੰਦੀ ਆ ਅਤੇ ਉਹ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਹੋ ਸਕਦੇ ਆ। ਇਹਦੀ ਕਦੀ ਵੀ ਮੀਟਿੰਗ ਸੱਦੀ ਜਾ ਸਕਦੀ ਹੈ। ਹਰ ਸਾਲ ਦੇ ਵਿੱਚ ਘੱਟੋ ਘੱਟ ਇਹਦੀਆਂ 2 ਮੀਟਿੰਗਾਂ ਹੋਣੀਆਂ ਜ਼ਰੂਰੀ ਹੈ। ਇਹਦਾ ਉਦੇਸ਼ ਕੀ ਹੈਗਾ ਆ? ਸਟੇਟ ਲੈਵਲ ਦੀ ਜਿਹੜੀ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਿਲ ਹੋਊਗੀ, ਇਹਦਾ ਉਦੇਸ਼ ਆ ਸਟੇਟ ਲੈਵਲ ਦੇ ਵਿੱਚ, ਰਾਜ ਦੇ ਵਿੱਚ ਜਿੰਨੇ ਵੀ ਉਪਭੋਗਤਾ ਹੈਗੇ, ਜਿੱਦਾਂ ਪੰਜਾਬ ਇੱਕ ਰਾਜ ਆ, ਉਹਦੇ ਜਿੰਨੇ ਵੀ ਉਪਭੋਗਤਾ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੰਮ ਕਰਨਾ, ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਕੰਮ ਕਰਨਾ। ਅਤੇ ਧਾਰਾ 6 ਜੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ CPA 1986 ਆ, ਉਹਦੀ ਧਾਰਾ 6 ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਨੇ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਲੈ ਕੇ, ਉਹਦੇ ਲਈ ਉਪਰਾਲੇ ਕਰਨਾ। ਇਸ ਤੋਂ ਇਲਾਵਾ ਤੀਸਰਾ ਜਿਹੜਾ ਹੈਗਾ ਉਹ ਡਿਸਟ੍ਰਿਕਟ ਕਾਊਂਸਲ ਆ। ਜਿੱਦਾਂ ਸਟੇਟ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਕਾਊਂਸਲਾਂ ਬਣਨੀਆਂ, ਉਸੇ ਤਰੀਕੇ ਨਾਲ ਡਿਸਟ੍ਰਿਕਟ ਲੈਵਲ 'ਤੇ, ਜ਼ਿਲ੍ਹੇ ਪੱਧਰ 'ਤੇ ਵੀ ਕਾਊਂਸਲਾਂ ਦਾ ਨਿਰਮਾਣ ਕੀਤਾ ਜਾਊਗਾ। ਉਹਦੇ ਲਈ ਰਾਜ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੂਗੀ। ਰਾਜ ਦੇ ਹਰ ਜ਼ਿਲ੍ਹੇ ਦੇ ਵਿੱਚ, ਜਿੱਦਾਂ ਜਲੰਧਰ ਜ਼ਿਲ੍ਹਾ, ਲੁਧਿਆਣਾ, ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲਾਂ ਹੈਗੀਆਂ ਨੇ। ਇਹਦਾ ਮੁਖੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੋਊਗਾ। ਉਸ ਤੋਂ ਇਲਾਵਾ ਇਹਦੇ ਵਿੱਚ ਗੈਰ ਅਧਿਕਾਰਕ ਮੈਂਬਰ ਸ਼ਾਮਲ ਹੋ ਸਕਦੇ ਨੇ। ਲੋੜ ਸਥਿਤੀ ਅਨੁਸਾਰ ਕਿਸੇ ਵੀ ਸਮੇਂ ਮੀਟਿੰਗ ਸੱਦੀ ਜਾ ਸਕਦੀ ਹੈ। ਘੱਟੋ ਘੱਟ 2 ਮੀਟਿੰਗਾਂ ਹੋਣਾ ਜ਼ਰੂਰੀ ਹੈ। ਸਮਾਂ, ਸਥਾਨ, ਕਿੱਥੇ ਮੀਟਿੰਗਾਂ ਹੋਣਗੀਆਂ, ਕਿਹੜੇ ਟਾਈਮ ਹੋਣਗੀਆਂ, ਇਹ ਮੁਖੀ ਡਿਸਾਈਡ ਕਰਦਾ ਹੈ। ਇਹਦਾ ਓਬਜੈਕਟਿਵ ਕੀ ਆ? ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਉਪਭੋਗਤਾ ਹੈਗੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ, ਉਹਨਾਂ ਦੇ ਅਧਿਕਾਰਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਜੋ ਵੀ ਧਾਰਾ 6 ਦੇ ਵਿੱਚ ਕਾਨੂੰਨ ਬਣਾਏ ਗਏ ਨੇ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੇ ਸੰਬੰਧਿਤ, ਉਹਨਾਂ ਨੂੰ ਹੱਲਾਸ਼ੇਰੀ ਦੇਣਾ, ਉਹਨੂੰ ਪ੍ਰੋਤਸਾਹਨ ਕਰਨਾ। ਅਤੇ ਇਹ ਜਿਹੜੀਆਂ ਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲਾਂ ਹੈਗੀਆਂ ਨੇ, ਇਹ ਇੱਕ ਪਾਰਟ ਹੈਗਾ ਆ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਬਣਾਇਆ ਗਿਆ ਸੀ, ਉਹਦਾ ਪਹਿਲਾ ਜਿਹੜਾ ਪਾਰਟ ਹੈ ਉਹ ਇਹ ਹੈਗਾ। ਹੁਣ ਦੂਜਾ, ਜੋ ਵੀ ਉਪਭੋਗਤਾਵਾਂ ਦੇ ਝਗੜੇ ਹੁੰਦੇ ਆ ਜਾਂ ਉਹਨਾਂ ਦੇ ਨਾਲ ਕੋਈ ਵੀ ਉਪਭੋਗਤਾਵਾਂ ਅਤੇ ਉਤਪਾਦਕਾਂ ਦੇ ਜਾਂ ਵਿਕਰੀਕਾਰਾਂ ਦੇ ਵਿੱਚ ਜੋ ਵੀ ਕਿਸੇ ਚੀਜ਼ ਨੂੰ ਲੈ ਕੇ ਮਿਸਅੰਡਰਸਟੈਂਡਿੰਗ ਜਾਂ ਹੋ ਜਾਂਦੀ ਹੈ, ਕੋਈ ਲੜਾਈ ਝਗੜੇ, ਤਾਂ ਉਹਨੂੰ ਦੂਰ ਕਰਨ ਵਾਸਤੇ ਵੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਮਸ਼ੀਨਰੀ ਜਿਹੜੀ ਆ ਬਣਾਈ ਗਈ ਆ, ਉਪਭੋਗਤਾ ਝਗੜੇ ਨਿਪਟਾਰਾ ਪ੍ਰਣਾਲੀ। ਅਤੇ ਜ਼ਿਲ੍ਹਾ ਪੱਧਰ 'ਤੇ, ਰਾਜ ਪੱਧਰ 'ਤੇ ਅਤੇ ਰਾਸ਼ਟਰੀ ਪੱਧਰ 'ਤੇ ਇਹ ਬਣਾਈ ਗਈ ਆ। ਇਹਦਾ ਮੂਲ ਉਦੇਸ਼ ਆ ਸਰਲਤਾ ਦੇ ਨਾਲ, ਜਲਦੀ ਅਤੇ ਵਧੀਆ ਢੰਗ ਦੇ ਨਾਲ ਉਪਭੋਗਤਾਵਾਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ।
ਇਹਦੇ ਵਿੱਚ ਜਿਹੜੀਆਂ ਚੀਜ਼ਾਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ, ਕੰਜ਼ਿਊਮਰ ਕੋਰਟਸ, ਅਤੇ ਉਪਭੋਗਤਾਵਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਹਨਾਂ ਦੇ ਮੁਆਵਜ਼ਾ ਦਿਵਾਉਣ ਦੇ ਵਿੱਚ ਉਹਨਾਂ ਨੂੰ ਅਧਿਕਾਰ ਸ਼ਕਤੀ ਉਹਨਾਂ ਅਦਾਲਤਾਂ ਨੂੰ ਹੈਗੀ ਆ। ਇਹਨਾਂ ਅਦਾਲਤਾਂ ਦੇ ਜੋ ਵੀ ਹੁਕਮ ਦਿੱਤੇ ਜਾਂਦੇ ਇਹਨਾਂ ਦੇ ਦੁਆਰਾ, ਅਗਰ ਕੋਈ ਇਹਨਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਨੂੰ ਦੰਡ ਦਾ ਵੀ ਸਾਹਮਣਾ ਕਰਨਾ ਪੈਂਦਾ ਹੈਗਾ। ਹੁਣ ਪਹਿਲਾਂ ਆਪਾਂ ਜ਼ਿਲ੍ਹਾ ਪੱਧਰ 'ਤੇ ਦੇਖ ਲੈਂਦੇ ਹਾਂ ਕਿ ਜ਼ਿਲ੍ਹਾ ਪੱਧਰ 'ਤੇ ਜਿਹੜਾ ਇਹ ਡਿਸਟ੍ਰਿਕਟ ਲੈਵਲ 'ਤੇ ਇਹਦਾ ਬਣਾਇਆ ਗਿਆ ਉਹਦਾ ਕੀ ਹਿਸਾਬ ਕਿਤਾਬ ਹੈਗਾ। 1986 ਦਾ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਉਹਦੇ ਵਿੱਚ ਰਾਜ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਿਲ੍ਹਾ ਪੱਧਰ 'ਤੇ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਫੋਰਮ, ਜ਼ਿਲ੍ਹਾ ਉਪਭੋਗਤਾ ਝਗੜੇ ਨਿਪਟਾਰਾ ਮੰਚ, ਜਿਹਨੂੰ ਸ਼ਾਰਟ ਫਾਰਮ 'ਚ ਡਿਸਟ੍ਰਿਕਟ ਫੋਰਮ ਵੀ ਕਿਹਾ ਜਾ ਸਕਦਾ ਹੈ, ਉਹਦੀ ਸਥਾਪਨਾ ਕਰੂਗੀ। ਆਮ ਤੌਰ 'ਤੇ ਇੱਕ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਹੋਊਗਾ ਇਸ ਤਰ੍ਹਾਂ ਦਾ ਮੰਚ, ਲੇਕਿਨ ਅਗਰ ਸਰਕਾਰ ਚਾਹਵੇ ਤਾਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤੋਂ ਵੱਧ, ਅਗਰ ਜ਼ਿਲ੍ਹਾ ਵੱਡਾ ਹੈ ਜਿੱਦਾਂ ਲੁਧਿਆਣੇ ਵਰਗਾ ਜ਼ਿਲ੍ਹਾ ਹੈ ਉੱਥੇ ਜ਼ਿਆਦਾ ਵੀ ਹੋ ਸਕਦੇ ਨੇ। ਇਹਦੇ ਮੈਂਬਰ ਵਿੱਚ ਕੌਣ ਕੌਣ ਹੋਣਗੇ? ਇਹਦਾ ਇੱਕ ਪ੍ਰਧਾਨ ਹੋਊਗਾ ਅਤੇ ਹੋਰ ਮੈਂਬਰ ਵੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਔਰਤ ਹੋਣੀ ਜ਼ਰੂਰੀ ਹੈ। ਉਹਨਾਂ ਦੇ ਵਿੱਚ ਕੀ ਯੋਗਤਾ ਹੋਣੀ ਚਾਹੀਦੀ ਹੈ? ਜਿਹੜਾ ਇਸ ਮੰਚ ਦਾ ਪ੍ਰਧਾਨ ਹੋਊਗਾ ਉਹ ਕੋਈ ਵੀ ਉਹ ਵਿਅਕਤੀ ਹੋਣਾ ਚਾਹੀਦਾ ਜੋ ਜਾਂ ਤਾਂ ਮੌਜੂਦਾ ਜ਼ਿਲ੍ਹਾ ਜੱਜ ਹੋਵੇ ਜਾਂ ਜ਼ਿਲ੍ਹਾ ਜੱਜ ਰਹਿ ਚੁੱਕਾ ਹੋਵੇ, ਰਿਟਾਇਰਡ ਹੋਵੇ ਜ਼ਿਲ੍ਹਾ ਜੱਜ ਦੀ ਪੋਸਟ ਤੋਂ, ਜਾਂ ਜ਼ਿਲ੍ਹਾ ਜੱਜ ਬਣਨ ਦੀਆਂ ਉਹਦੇ ਵਿੱਚ ਕੁਆਲੀਫਿਕੇਸ਼ਨ ਹੋਣੀਆਂ ਚਾਹੀਦੀਆਂ, ਐਲੀਜੀਬਿਲਟੀ ਹੋਣੀ ਚਾਹੀਦੀ ਹੈ ਉਹਦੇ ਵਿੱਚ। ਜ਼ਿਲ੍ਹਾ ਇਸ ਤੋਂ ਇਲਾਵਾ ਜ਼ਿਲ੍ਹੇ ਮੰਚ 'ਤੇ ਜਿਹੜੇ ਪ੍ਰਧਾਨ ਅਤੇ ਬਾਕੀ ਮੈਂਬਰ, ਉਹਨਾਂ ਵਿੱਚ ਯੋਗਤਾਵਾਂ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ? 35 ਸਾਲ ਤੋਂ ਘੱਟ ਉਹਨਾਂ ਦੀ ਉਮਰ ਨਹੀਂ ਹੋਣੀ ਚਾਹੀਦੀ। ਉਹਨਾਂ ਕੋਲ ਡਿਗਰੀ ਹੋਣੀ ਚਾਹੀਦੀ ਹੈ, ਬੈਚਲਰ ਡਿਗਰੀ, ਮਤਲਬ BA BSc BCom ਵਗੈਰਾ ਉਹਨਾਂ ਨੇ ਕੀਤੀ ਹੋਵੇ, ਅਤੇ ਉਹਨਾਂ ਦੀ ਯੋਗਤਾ ਪ੍ਰਤਿਸ਼ਠਿਤ ਹੋਣੇ ਚਾਹੀਦੇ ਆ। ਵਿਅਕਤੀ ਆਪਣੀ ਫੀਲਡ ਦੇ ਵਿੱਚ ਮੰਨੇ ਪ੍ਰਮੰਨੇ ਹੋਣੇ ਚਾਹੀਦੇ ਆ। ਇਕਨੋਮਿਕਸ, ਲਾਅ, ਕਮਰਸ, ਅਕਾਊਂਟੈਂਸੀ ਜਾਂ ਉਦਯੋਗਿਕ ਖੇਤਰ, ਜਨਤਕ ਮਾਮਲੇ ਜਾਂ ਪ੍ਰਸ਼ਾਸਨ ਵਰਗੇ ਖੇਤਰਾਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਉਹਨਾਂ ਕੋਲ ਘੱਟ ਤੋਂ ਘੱਟ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈਗਾ। ਮਤਲਬ ਇਸ ਫੀਲਡ ਦੇ ਉਹ ਮਾਹਰ ਬੰਦੇ ਹੋਣੇ ਚਾਹੀਦੇ ਨੇ, ਤਾਂ ਹੀ ਉਹ ਇਸ ਮੰਚ ਦੇ ਮੈਂਬਰ ਜਾਂ ਮੁਖੀ ਦੇ ਵਜੋਂ ਕੰਮ ਕਰ ਸਕਦੇ ਨੇ। ਉਹਨਾਂ ਦੀ ਨਿਯੁਕਤੀ ਰਾਜ ਸਰਕਾਰ ਦੁਆਰਾ ਇੱਕ ਚੋਣ ਕਮੇਟੀ ਦੀ ਸਿਫਾਰਸ਼ਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਉਸ ਚੋਣ ਕਮੇਟੀ ਦੇ ਵਿੱਚ ਰਾਜ ਆਯੋਗ ਦਾ ਪ੍ਰਧਾਨ ਜਿਹੜਾ ਉਹ ਸ਼ਾਮਲ ਹੋਊਗਾ, ਉਹਦਾ ਮੁਖੀ ਹੋਊਗਾ। ਉਹਦੇ ਵਿੱਚ ਸਕੱਤਰ, ਇੱਕ ਰਾਜ ਦੇ ਕਾਨੂੰਨ ਵਿਭਾਗ ਦਾ ਜਿਹੜਾ ਸਕੱਤਰ ਹੋਊਗਾ, ਸੈਕਟਰੀ ਹੋਊਗਾ, ਲਾਅ ਡਿਪਾਰਟਮੈਂਟ ਆਫ ਦਾ ਸਟੇਟ, ਉਹ ਇਹਦੇ ਵਿੱਚ ਮੈਂਬਰ ਦੇ ਤੌਰ 'ਤੇ ਸ਼ਿਰਕਤ ਕਰੂਗਾ ਕਮੇਟੀ ਦੇ ਵਿੱਚ, ਜਿਨ੍ਹਾਂ ਨੇ ਚੋਣ ਕਰਨੀ ਹੈ ਕਿ ਜਿਹੜਾ ਡਿਸਟ੍ਰਿਕਟ ਫੋਰਮ ਆ, ਜ਼ਿਲ੍ਹਾ ਮੰਚ ਹੈ, ਉਹਦੇ ਵਿੱਚ ਕਿਹਨੂੰ ਆਪਾਂ ਮੁਖੀ ਚੁਣਨਾ ਹੈ ਅਤੇ ਬਾਕੀ ਮੈਂਬਰ ਚੁਣਨਾ ਹੈਗਾ। ਇਸੇ ਤਰੀਕੇ ਨਾਲ ਰਾਜ ਵਿੱਚ ਜਿਹੜੇ ਉਪਭੋਗਤਾ ਮਾਮਲੇ ਵਿਭਾਗ ਦਾ ਸਕੱਤਰ ਇੰਚਾਰਜ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਹੋਊਗਾ। ਜਿਹੜਾ ਡਿਸਟ੍ਰਿਕਟ ਲੈਵਲ 'ਤੇ ਇਸ ਤਰ੍ਹਾਂ ਦਾ ਫੋਰਮ ਤਿਆਰ ਹੋਊਗਾ ਉਹ 5 ਸਾਲ, ਉਹਦੇ ਹਰ ਮੈਂਬਰ ਦੀ ਜਿਹੜੀ ਵਰਕਿੰਗ ਟਰਮ ਆ ਉਹ 5 ਸਾਲ ਜਾਂ 65 ਸਾਲ ਦੀ ਉਮਰ ਜੋ ਵੀ ਪਹਿਲਾਂ ਹੋ ਜਾਵੇ ਉੱਥੇ ਤੱਕ ਹੋਊਗੀ। ਉਹਨਾਂ ਦੀ ਦੁਬਾਰਾ ਨਿਯੁਕਤੀ ਵੀ ਕੀਤੀ ਜਾ ਸਕਦੀ ਹੈ। ਉਸ ਕੇਸ ਦੇ ਵਿੱਚ ਵੀ 5 ਸਾਲ ਜਾਂ 65 ਸਾਲ ਦੀ ਉਮਰ ਜੋ ਵੀ ਪਹਿਲਾਂ ਹੋ ਜਾਵੇ ਉੱਥੇ ਤੱਕ ਉਹਨਾਂ ਦਾ ਕਾਰਜਕਾਲ ਰਹੂਗਾ। ਉਹਨਾਂ ਦੀ ਹੱਦ, ਮਤਲਬ ਉਹ ਕਿਸ ਤਰ੍ਹਾਂ ਦੇ ਮਾਮਲੇ ਸੁਣੂਗੇ, ਕਿੱਥੇ ਤੱਕ ਉਹਨਾਂ ਦੀ ਹੱਦਬੰਦੀ ਹੈਗੀ ਹੈ, ਕਿਸ ਤਰ੍ਹਾਂ ਦੇ ਮਾਮਲੇ ਉਹਨਾਂ ਕੋਲ ਆਉਣਗੇ, ਅਤੇ ਇਹਨਾਂ ਕੋਲ ਉਹ ਸ਼ਿਕਾਇਤਾਂ ਸੁਣਨ ਦਾ ਅਧਿਕਾਰ ਆ ਜਿਹਦੇ ਵਿੱਚ ਵਸਤੂਆਂ ਸੇਵਾਵਾਂ ਦਾ ਮੁੱਲ ਅਤੇ ਮੁਆਵਜ਼ਾ, ਮਤਲਬ ਸ਼ਿਕਾਇਤ ਦੇ ਵਿੱਚ ਮੁੱਲ ਅਤੇ ਮੁਆਵਜ਼ਾ ਦੋਨੋਂ ਜੋੜ ਕੇ ਜੋ ਉਹਨਾਂ ਦੇ ਮੂਹਰੇ ਦਾਅਵਾ ਪੇਸ਼ ਕੀਤਾ ਗਿਆ, ਕੇਸ ਪੇਸ਼ ਕੀਤਾ ਗਿਆ, ਉਹਦੀ ਰਾਸ਼ੀ ਵੱਧ ਤੋਂ ਵੱਧ 20 ਲੱਖ ਹੋ ਸਕਦੀ ਹੈ। ਮਤਲਬ 20 ਲੱਖ ਤੱਕ ਦੇ ਜਿਹੜੇ ਮੁਕੱਦਮੇ ਆ ਜਿਹਦੇ ਵਿੱਚ ਮੁੱਲ ਅਤੇ ਮੁਆਵਜ਼ਾ ਦੋਨੋਂ ਜੋੜ ਕੇ 20 ਲੱਖ ਉਹਦੀ ਕੀਮਤ ਬਣਦੀ ਹੈ, ਉੱਥੇ ਤੱਕ ਦੀ ਉਹ ਮੁਕੱਦਮੇ ਉਹ ਸੁਣ ਸਕਦੇ ਆ। ਅਤੇ ਉਹਦੇ ਵਿੱਚ ਇਹਨਾਂ ਕੋਲ ਕਿੱਥੇ ਤੱਕ ਭੂਗੋਲਿਕ ਖੇਤਰੀ ਸੀਮਾਵਾਂ ਕੀ ਹੈਗੀਆਂ, ਇਹਨੂੰ ਸੰਬੰਧਿਤ ਮੁਦਰਕ ਸੀਮਾਵਾਂ ਤਾਂ ਇਹ ਹੋ ਗਈਆਂ, ਪਿਕਿਊਨੀਅਰੀ ਲਿਮਿਟਸ ਅਤੇ ਟੈਰੀਟੋਰੀਅਲ ਲਿਮਿਟਸ ਕੀ ਹੈ, ਅਤੇ ਉਹਨਾਂ ਕੋਲ ਕਿਹੜੀ ਕਿਹੜੀ ਸ਼ਿਕਾਇਤ ਕਿੱਥੇ ਕਿੱਥੋਂ ਦੀ ਦਾਖਲ ਕੀਤੀ ਜਾ ਸਕਦੀ ਹੈ। ਸ਼ਿਕਾਇਤ ਕਰਨ ਦੇ ਸਮੇਂ ਵਿਰੋਧੀ ਧਿਰ ਵਾਸਤਵ ਵਿੱਚ ਜਾਂ ਇੱਛੁਕਤਾ ਨਾਲ ਰਹਿੰਦੀ ਹੈ ਜਾਂ ਫਿਰ ਉੱਥੇ ਵਪਾਰ ਕਰਦੀ ਹੈ ਜਾਂ ਫਿਰ ਉੱਥੇ ਉਹਦਾ ਸ਼ਾਖਾ ਦਫ਼ਤਰ ਹੈ ਜਾਂ ਫਿਰ ਉਸ ਵਿਅਕਤੀਗਤ ਤੌਰ 'ਤੇ ਲਾਭ ਪ੍ਰਾਪਤ ਕਰਨ ਲਈ ਉੱਥੇ ਕਾਰਜ ਕਰਦੀ ਹੈ। ਮਤਲਬ ਅਸੀਂ ਉੱਥੇ ਇਹ ਕੇਸ ਫਾਈਲ ਕਰਨਾ ਜਿੱਥੇ ਉਹ ਜਿਹਦੇ ਖਿਲਾਫ ਅਸੀਂ ਕੇਸ ਫਾਈਲ ਕਰ ਰਹੇ ਹਾਂ ਉਹ ਪਾਰਟੀ ਉੱਥੇ ਰਹਿੰਦੀ ਆ ਜਾਂ ਉੱਥੇ ਵਪਾਰ ਕਰਦੀ ਹੈ, ਉਹਦਾ ਕੋਈ ਆਫਿਸ ਉੱਥੇ ਹੈਗਾ ਜਾਂ ਲਾਭ ਪ੍ਰਾਪਤ ਕਰਨ ਲਈ ਉੱਥੇ ਕੰਮ ਕਰਦੀ ਹੈ। ਸ਼ਿਕਾਇਤ ਦਾ ਕਾਰਨ ਅੰਸ਼ਕ ਰੂਪ ਜਾਂ ਫਿਰ ਪੂਰਨ ਤੌਰ 'ਤੇ ਉਸ ਭੂਗੋਲਿਕ ਸੀਮਾ ਅੰਦਰ ਹੀ ਪੈਦਾ ਹੁੰਦਾ ਹੈ। ਮਤਲਬ ਉਸ ਜਗ੍ਹਾ 'ਤੇ ਹੀ ਜਿੱਥੇ ਉਹ ਅਸੀਂ ਸ਼ਿਕਾਇਤ ਕੀਤੀ ਆ ਉੱਥੇ ਹੀ ਉਹਦੀ ਸ਼ਿਕਾਇਤ ਦਾ ਕਾਰਨ ਜਿਹੜਾ ਵੀ ਹੈਗਾ ਆ ਉਹ ਉਸੇ ਚੀਜ਼ ਦੇ ਉਸੇ ਹੀ ਏਰੀਏ ਦੇ ਵਿੱਚ ਪੈਂਦਾ ਹੋਣਾ ਚਾਹੀਦਾ ਹੈਗਾ। ਜੇਕਰ ਉਪਭੋਗਤਾ ਝਗੜੇ ਵਿੱਚ ਸ਼ਾਮਲ ਕੋਈ ਵੀ ਧਿਰ, ਮਤਲਬ ਇਹ ਜਿਹੜਾ ਝਗੜਾ ਹੋ ਰਿਹਾ ਜਿਹਦੇ ਵਿੱਚ ਉਪਭੋਗਤਾ ਅਤੇ ਉਤਪਾਦਕ ਦੋਨੋਂ ਸ਼ਾਮਲ ਨੇ, ਜ਼ਿਲ੍ਹਾ ਮੰਚ ਦੇ ਆਦੇਸ਼ ਤੋਂ ਸੰਤੁਸ਼ਟ ਨਹੀਂ ਹੁੰਦੀ, ਅਗਰ ਜੋ ਵੀ ਜ਼ਿਲ੍ਹਾ ਮੰਚ ਆਦੇਸ਼ ਦਿੰਦਾ ਆ, ਇਸ ਫੈਸਲਾ ਦਿੰਦਾ ਆ ਇਹਨਾਂ ਦੇ ਝਗੜੇ ਨੂੰ ਲੈ ਕੇ, ਅਤੇ ਉਹ ਜ਼ਿਲ੍ਹੇ ਮੰਚ ਦੇ ਆਦੇਸ਼ ਦੇ ਖਿਲਾਫ 30 ਦਿਨਾਂ ਦੇ ਅੰਦਰ ਰਾਜ ਆਯੋਗ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਰਾਜ ਆਯੋਗ ਉਸ ਤੋਂ ਯਾਨੀ ਜ਼ਿਲ੍ਹਾ ਮੰਚ ਤੋਂ ਉੱਪਰ ਆ।
ਹੁਣ ਰਾਜ ਆਯੋਗ ਦੇ ਵਿੱਚ ਵੀ ਜਿਹੜੀ ਸਥਾਪਨਾ ਹੈ ਉਹੀ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਸਰਕਾਰ ਦੁਆਰਾ ਕੀਤੀ ਜਾ ਸਕਦੀ ਹੈ। ਇਹਨੂੰ ਸਟੇਟ ਕਮਿਸ਼ਨ ਕਿਹਾ ਜਾਂਦਾ ਹੈ, ਬਟ ਇਹਦਾ ਬੜਾ ਨਾਮ ਹੈਗਾ ਆ ਰਾਜ ਉਪਭੋਗਤਾ ਝਗੜੇ ਨਿਪਟਾਰਾ ਆਯੋਗ, ਸਟੇਟ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਕਮਿਸ਼ਨ। ਇਹਦੇ ਵਿੱਚ ਮੈਂਬਰਸ ਉਹੀ ਇੱਕ ਪ੍ਰਧਾਨ ਹੋਊਗਾ ਅਤੇ ਇਸ ਤੋਂ ਇਲਾਵਾ ਇਸ ਦੇ ਮੈਂਬਰਾਂ ਦੀ ਸੰਖਿਆ 2 ਤੋਂ ਘੱਟ ਜਾਂ ਰਾਜ ਸਰਕਾਰ ਦੁਆਰਾ ਨਿਸ਼ਚਿਤ ਕੀਤੀ ਸੰਖਿਆ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੋਊਗੀ ਅਤੇ ਯੋਗਤਾਵਾਂ ਉਹੀ ਨੇ ਇਹਨਾਂ ਦੀਆਂ ਵੀ ਕਿ ਇਹਦੇ ਵਿੱਚ ਜਿਹੜਾ ਪ੍ਰਧਾਨ ਵਿਅਕਤੀ ਹੋਊਗਾ ਉਹ ਜਾਂ ਤਾਂ ਕੋਈ ਹਾਈ ਕੋਰਟ ਦਾ ਮੌਜੂਦਾ ਜੱਜ ਹੋਊਗਾ ਜਾਂ ਰਿਟਾਇਰਡ ਜੱਜ ਹੋਊਗਾ ਜਾਂ ਉਹਦੇ ਵਿੱਚ ਜੱਜ ਜਿਹੜਾ ਹੈਗਾ ਆ ਹੋਣ ਦੀ ਉਹਦੀ ਕਾਬਲੀਅਤ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਉਹਨਾਂ ਦੇ ਵਿੱਚ ਕੁਆਲੀਫਿਕੇਸ਼ਨ 35 ਸਾਲ ਤੋਂ ਘੱਟ ਉਹਨਾਂ ਦੀ ਉਮਰ ਨਹੀਂ ਹੋਣੀ ਚਾਹੀਦੀ। ਯੂਨੀਵਰਸਿਟੀ ਤੋਂ ਡਿਗਰੀ ਉਹਨਾਂ ਕੋਲ ਹੋਣੀ ਚਾਹੀਦੀ ਆ ਅਤੇ ਤਜਰਬਾ ਉਹਨਾਂ ਕੋਲ ਘੱਟ ਤੋਂ ਘੱਟ 10 ਸਾਲ ਦਾ ਹੋਣਾ ਚਾਹੀਦਾ। ਕਿਹੜੇ ਖੇਤਰਾਂ ਦੇ ਵਿੱਚ? ਅਰਥ ਸ਼ਾਸਤਰ, ਕਾਨੂੰਨ, ਕਮਰਸ, ਲੇਖਾਂਕਨ, ਉਦਯੋਗਿਕ ਖੇਤਰ, ਜਨਤਕ ਮਾਮਲੇ, ਪਬਲਿਕ ਅਫੇਅਰਸ, ਪ੍ਰਸ਼ਾਸਨ ਜਾਂ ਐਡਮਿਨਿਸਟ੍ਰੇਸ਼ਨ ਵਰਗੇ ਮਾਮਲਿਆਂ ਦੇ ਵਿੱਚ ਉਹਨਾਂ ਕੋਲ 10 ਸਾਲ ਦਾ ਤਜਰਬਾ ਹੋਣਾ ਚਾਹੀਦਾ। ਇਹਨਾਂ ਦੀ ਨਿਯੁਕਤੀ ਜਿਹੜੀ ਆ ਰਾਜ ਸਰਕਾਰ ਦੁਆਰਾ ਇੱਕ ਚੋਣ ਕਮੇਟੀ ਦੀ ਸਿਫਾਰਸ਼ਾਂ ਦੇ ਆਧਾਰ 'ਤੇ ਹੁੰਦੀ ਆ। ਇਸ ਦਾ ਮੁਖੀ ਰਾਜ ਆਯੋਗ ਦਾ ਪ੍ਰਧਾਨ ਹੁੰਦਾ ਹੈ। ਜੇਕਰ ਕਿਸੇ ਸਥਿਤੀ ਵਿੱਚ ਰਾਜ ਆਯੋਗ ਦਾ ਪ੍ਰਧਾਨ ਕਿਸੇ ਵਿਸ਼ੇਸ਼ ਕਾਰਨ ਕਰਕੇ ਗੈਰ ਹਾਜ਼ਰ ਹੋਵੇ ਤਾਂ ਉਹਦੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਚੋਣ ਕਮੇਟੀ ਦੇ ਮੁਖੀ ਵਜੋਂ ਕਾਰਜ ਕਰਨ ਵਿੱਚ ਅਸਮਰਥ ਹੋਵੇ ਤਾਂ ਰਾਜ ਸਰਕਾਰ ਦੁਆਰਾ ਇਸ ਮਾਮਲੇ ਨੂੰ ਰਾਜ ਦੇ ਹਾਈ ਕੋਰਟ ਦੇ ਮੁੱਖ ਜੱਜ ਦੀ ਸਲਾਹ ਦੇ ਲਈ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਨੂੰ ਚੋਣ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਜਾ ਸਕੇ। ਮਤਲਬ ਇਹਦੇ ਵਿੱਚ ਅਗਰ ਪ੍ਰਧਾਨ ਜਿਹੜਾ ਹੈ ਉਹ ਗੈਰ ਹਾਜ਼ਰ ਆ ਜਾਂ ਉਹ ਕਿਸੇ ਕਾਰਨ ਕਰਕੇ ਮੀਟਿੰਗ ਅਟੈਂਡ ਨਹੀਂ ਕਰ ਪਾ ਰਿਹਾ ਹੈਗਾ ਜਾਂ ਉਹਦੀ ਕੰਮ ਕਰਨ 'ਚ ਅਸਮਰਥ ਹੈ ਅਤੇ ਫਿਰ ਉਹਦੀ ਥਾਂ 'ਤੇ ਹਾਈ ਕੋਰਟ ਦੇ ਜੱਜ ਕੋਲ ਇਹ ਮਾਮਲਾ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਉੱਥੇ ਦਾ ਕੋਈ ਬੰਦਾ ਜਿਹੜਾ ਹੈਗਾ ਆ ਉਹਨੂੰ ਪ੍ਰਧਾਨ ਨਿਯੁਕਤ ਕੀਤਾ ਜਾ ਸਕੇ ਇਸ ਪੂਰੀ ਆਪਣੀ ਚੋਣ ਕਮੇਟੀ ਦਾ, ਜਿਹਨੇ ਕਿ ਕਿਹਦੀ ਸਿਲੈਕਸ਼ਨ ਕਰਨੀ ਹੈ? ਮੈਂਬਰਸ ਦੀ ਅਤੇ ਮੁਖੀ ਦੀ। ਕਿਹਨਾਂ ਦੇ? ਸਟੇਟ ਕਮਿਸ਼ਨ ਦੇ। ਇਹਨਾਂ ਦੀ ਸੈਲਰੀ ਵਗੈਰਾ ਜੋ ਵੀ ਮਾਨ ਭੱਤਾ ਇਹਨਾਂ ਨੂੰ ਦਿੱਤਾ ਜਾਣਾ, ਤਨਖਾਹ ਵਗੈਰਾ ਦਿੱਤੀ ਜਾਣੀ ਹੈ, ਉਹ ਸਾਰੀਆਂ ਸ਼ਰਤਾਂ ਵਗੈਰਾ ਜਿਹੜੀਆਂ ਵੀ ਹੈਗੀਆਂ ਰਾਜ ਸਰਕਾਰ ਕੋਲ ਦੀ ਤਾਕਤ ਹੈਗੀ ਆ। ਉਹਨਾਂ ਕੋਲ ਜਿਹੜਾ ਐਕਟ ਹੈਗਾ ਆ ਉਪਭੋਗਤਾ ਸੁਰੱਖਿਆ ਅਧਿਨਿਯਮ ਦੀ ਧਾਰਾ 16(2) ਉਹਦੇ ਵਿੱਚ ਰਾਜ ਸਰਕਾਰ ਹੀ ਡਿਸਾਈਡ ਕਰਦੀ ਇਹਨਾਂ ਨੂੰ ਤਨਖਾਹਾਂ ਵਗੈਰਾ ਇਹਨਾਂ ਮੈਂਬਰਸ ਨੂੰ ਜਾਂ ਮੁਖੀਆਂ ਨੂੰ ਕਿੰਨੀਆਂ ਦੇਣੀਆਂ ਨੇ। ਇਹਨਾਂ ਦੀ ਟਰਮ ਆਫ ਆਫਿਸ ਹੈਗੀ ਹੈ 5 ਸਾਲ ਅਤੇ 67 ਸਾਲ ਦੀ ਉਮਰ ਤੱਕ। ਦੋਵਾਂ ਵਿੱਚੋਂ ਜਿਹੜੀ ਵੀ ਚੀਜ਼ ਪਹਿਲਾਂ ਹੋ ਜਾਵੇ, ਇਹਨਾਂ ਦੀ ਰੀਅਪਾਇੰਟਮੈਂਟ ਵੀ ਹੋ ਸਕਦੀ ਹੈ, ਲੇਕਿਨ ਉਹਦੇ ਵਿੱਚ ਵੀ ਇਹਨਾਂ ਦੀ ਕਾਰਜਕਾਲ 5 ਸਾਲ ਜਾਂ 67 ਸਾਲ ਜਿਹੜੀ ਵੀ ਚੀਜ਼ ਪਹਿਲਾਂ ਹੋ ਜਾਵੇ ਉੱਥੇ ਤੱਕ ਸੀਮਤ ਆ। ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕਿੰਨੇ ਰੁਪਈਏ ਤੱਕ ਦੇ ਮੁਕੱਦਮੇ ਆ ਸਕਦੇ ਆ? 1 ਕਰੋੜ ਤੱਕ, 20 ਲੱਖ ਤੋਂ ਲੈ ਕੇ 1 ਕਰੋੜ ਤੱਕ ਦੇ ਮੁਕੱਦਮੇ ਜਿਹੜੇ ਵਿੱਚ ਮੁੱਲ ਅਤੇ ਮੁਆਵਜ਼ਾ ਦੋਨੋਂ ਸ਼ਾਮਲ ਹੋਣ। ਜਦੋਂ ਰਾਜ ਵਿਚਾਲੇ ਜ਼ਿਲ੍ਹਿਆਂ ਦੇ ਕਿਸੇ ਵੀ ਜ਼ਿਲ੍ਹੇ ਦੇ ਜ਼ਿਲ੍ਹਾ ਮੰਚ ਵਿਰੁੱਧ ਅਪੀਲ ਕਰਨੀ ਹੋਵੇ ਤਾਂ ਵੀ ਇਹਨਾਂ ਕੋਲ ਆ ਸਕਦੀ ਹੈ। ਉਹ ਰਾਜ ਆਯੋਗ ਵਿੱਚ ਸ਼ਿਕਾਇਤ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸ਼ਿਕਾਇਤ ਕਰਨ ਦੇ ਸਮੇਂ ਵਿਰੋਧੀ ਧਿਰ ਵਾਸਤਵ ਵਿੱਚ ਜਾਂ ਇੱਛੁਕਤਾ ਨਾਲ ਇਸ ਦੀਆਂ ਭੂਗੋਲਿਕ ਸੀਮਾ ਦੇ ਅੰਦਰ ਰਹਿੰਦੀ ਹੈ ਜਾਂ ਫਿਰ ਉੱਥੇ ਵਪਾਰ ਕਰਦੀ ਹੈ। ਇਹ ਤਾਂ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਸ਼ਿਕਾਇਤ ਤਾਂ ਹੀ ਕਰ ਸਕਦੇ ਹਾਂ ਆਪਾਂ ਰਾਜ ਆਯੋਗ ਦੇ ਵਿੱਚ ਕਿ ਜਿਹੜੀ ਵਿਰੋਧੀ ਧਿਰ ਹੈ ਜਿਹਦੇ ਖਿਲਾਫ ਸ਼ਿਕਾਇਤ ਕੀਤੀ ਜਾ ਰਹੀ ਹੈ ਉਹ ਜਾਂ ਤਾਂ ਰਾਜ ਦੀ ਹੱਦਾਂ ਦੇ ਵਿੱਚ ਭੂਗੋਲਿਕ ਸੀਮਾਵਾਂ ਦੇ ਵਿੱਚ ਰਹਿੰਦੀ ਹੈ ਜਾਂ ਉੱਥੇ ਵਪਾਰ ਕਰਦੀ ਹੈ ਜਾਂ ਉੱਥੇ ਉਹਦਾ ਦਫ਼ਤਰ ਹੈਗਾ ਜਾਂ ਵਿਅਕਤੀਗਤ ਤੌਰ 'ਤੇ ਲਾਭ ਕਮਾਉਣ ਵਾਸਤੇ ਉੱਥੇ ਕੰਮ ਕਰਦੀ ਹੈਗੀ ਹੈ। ਅਤੇ ਇਹਦੇ ਵਿੱਚ ਸ਼ਿਕਾਇਤ ਤਾਂ ਹੀ ਕੀਤੀ ਜਾ ਸਕਦੀ ਹੈ ਜਦੋਂ ਇਹ ਸਾਰਾ ਖੇਤਰ ਜਿਹੜਾ ਹੈਗਾ ਆ ਪੂਰਨ ਤੌਰ 'ਤੇ ਜਾਂ ਅੰਸ਼ਕ ਤੌਰ 'ਤੇ ਭੂਗੋਲਿਕ ਸੀਮਾਵਾਂ ਦੇ ਜਿਓਗ੍ਰਾਫੀਕਲ ਲਿਮਿਟਸ ਦੇ ਅੰਦਰ ਇਹ ਪੈਂਦਾ ਹੋਵੇ ਤਾਂ ਹੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਅਤੇ ਹੁਣ ਇਸ ਤੋਂ ਅੱਗੇ ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਰਾਜ ਆਯੋਗ ਜਿਹੜਾ ਆ ਸਟੇਟ ਕਮਿਸ਼ਨ ਆ ਉਹ ਕਿਸੇ ਵੀ ਇਸ ਤਰ੍ਹਾਂ ਦੇ ਝਗੜੇ ਕਿ ਜੋ ਕਿ ਰਾਜ ਦੇ ਕਿਸੇ ਜ਼ਿਲ੍ਹੇ ਦੇ ਮੰਚ ਵਿੱਚ ਚੱਲ ਰਿਹਾ ਹੋਵੇ ਜਾਂ ਜਿਸ ਦੇ ਬਾਰੇ ਰਾਜ ਦਾ ਕੋਈ ਜ਼ਿਲ੍ਹਾ ਮੰਚ ਕੋਈ ਆਦੇਸ਼ ਜਾਰੀ ਕਰ ਚੁੱਕਾ ਹੋਵੇ ਉਹਦਾ ਰਿਕਾਰਡ ਵੀ ਆਪਣੇ ਕੋਲ ਮੰਗਾ ਸਕਦਾ ਹੈ ਅਤੇ ਤਾਂ ਉਹਦੇ ਉੱਤੇ ਕੋਈ ਡਿਸੀਜ਼ਨ ਵੀ ਦਿੱਤਾ ਜਾ ਸਕਦਾ ਹੈ। ਇਹ ਉਸ ਸਮੇਂ ਕੀਤਾ ਜਾਊਗਾ ਜਦੋਂ ਉਹਨੂੰ ਲੱਗਦਾ ਕਿ ਜ਼ਿਲ੍ਹਾ ਮੰਚ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ ਜਾਂ ਜ਼ਿਲ੍ਹਾ ਮੰਚ ਨੇ ਆਪਣੀ ਅਧਿਕਾਰ ਸ਼ਕਤੀ ਦਾ ਪ੍ਰਯੋਗ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂ ਜ਼ਿਲ੍ਹਾ ਆਯੋਗ ਨੇ ਗੈਰ ਕਾਨੂੰਨੀ ਢੰਗ ਨਾਲ ਅਧਿਕਾਰ ਸ਼ਕਤੀ ਦਾ ਪ੍ਰਯੋਗ ਕੀਤਾ ਹੈ ਜਾਂ ਉਹਨੇ ਕੋਈ ਕੰਮ ਕਰਨ ਦੇ ਵਿੱਚ ਇਰੈਗੂਲਰਿਟੀ ਸ਼ੋਅ ਕੀਤੀ ਹੈ। ਜੇਕਰ ਉਪਭੋਗਤਾ ਝਗੜੇ ਤੋਂ ਪ੍ਰਭਾਵਿਤ ਕੋਈ ਵੀ ਧਿਰ ਮਤਲਬ ਦੋਨੋਂ ਪਾਰਟੀਆਂ ਜਿਹੜੀਆਂ ਨੇ, 2 ਪਾਰਟੀਆਂ ਹੀ ਹੋ ਸਕਦੀਆਂ ਨੇ ਕਿਸੇ ਵੀ ਕੰਜ਼ਿਊਮਰ ਡਿਸਪਿਊਟ ਦੇ ਵਿੱਚ। ਇੱਕ ਤਾਂ ਹੋ ਸਕਦਾ ਆ ਜਿਹੜਾ ਬਾਇਰ ਆ ਅਤੇ ਦੂਜਾ ਜਾਂ ਜਿਹਨੂੰ ਆਪਾਂ ਕੰਜ਼ਿਊਮਰ ਵੀ ਕਹਿ ਸਕਦੇ ਹਾਂ ਅਤੇ ਦੂਜਾ ਸੈਲਰ ਜਿਹੜਾ ਜਾਂ ਪ੍ਰੋਡਿਊਸਰ ਜਿਹਨੇ ਸਮਾਨ ਤਿਆਰ ਕੀਤਾ। ਇਹਨਾਂ ਦੋਨਾਂ ਧਿਰਾਂ ਦੇ ਵਿੱਚ ਅਗਰ ਜੋ ਵੀ ਡਿਸੀਜ਼ਨ ਸਟੇਟ ਕਮਿਸ਼ਨ 'ਚ ਲਿਆ ਜਾਂਦਾ ਅਗਰ ਉਹਨੂੰ ਲੈ ਕੇ ਅਸੰਤੁਸ਼ਟੀ ਹੈਗੀ ਹੈ ਅਤੇ ਉਹ ਫਿਰ 30 ਦਿਨਾਂ ਦੇ ਅੰਦਰ ਨੈਸ਼ਨਲ ਕਮਿਸ਼ਨ ਰਾਸ਼ਟਰੀ ਆਯੋਗ ਵਿੱਚ ਸ਼ਿਕਾਇਤ ਦਰਜ ਕਰ ਸਕਦੇ ਆ। ਰਾਸ਼ਟਰੀ ਆਯੋਗ ਜਿਹੜਾ ਹੈ ਉਹਦੀ ਸਥਾਪਨਾ ਤੀਸਰਾ ਜਿਹੜਾ 3 ਟੀਅਰ ਸਿਸਟਮ ਹੈ
ਤਿੰਨ ਪੱਧਰੀ ਸਿਸਟਮ ਆ, ਜ਼ਿਲ੍ਹਾ ਪੱਧਰ 'ਤੇ, ਸਟੇਟ ਪੱਧਰ 'ਤੇ ਫਿਰ ਰਾਸ਼ਟਰੀ ਪੱਧਰ 'ਤੇ। ਪਹਿਲਾਂ ਕੌਂਸਲਾਂ ਦਾ ਨਿਰਮਾਣ ਵੀ ਕੀਤਾ ਜਾਂਦਾ ਵੱਖਰੇ ਤੌਰ 'ਤੇ, ਪਹਿਲਾਂ ਕੌਂਸਲਾਂ ਬਣਾਈਆਂ ਜਾਂਦੀਆਂ, ਫਿਰ ਫੋਰਮ ਅਤੇ ਕਮਿਸ਼ਨ ਵੀ ਬਣਾਏ ਜਾਂਦੇ ਨੇ। ਅਤੇ ਜਿਹੜੇ ਨੈਸ਼ਨਲ ਕਮਿਸ਼ਨ ਆ, ਇਹ ਜਿਹੜਾ ਇਹਦੀ ਸਥਾਪਨਾ ਜਿਹੜੀ ਆ ਨੈਸ਼ਨਲ ਗੌਰਮੈਂਟ ਜਿਹੜੀ ਆ ਆਪਣੀ ਕੇਂਦਰੀ ਸਰਕਾਰ, ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਰਦੀ ਹੈ। ਇਹਦੇ ਵਿੱਚ ਇੱਕ ਪ੍ਰਧਾਨ ਹੁੰਦਾ ਅਤੇ ਘੱਟ ਤੋਂ ਘੱਟ 4 ਮੈਂਬਰ ਹੁੰਦੇ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਫੀਮੇਲ ਹੋਊਗੀ। ਕੁਆਲੀਫਿਕੇਸ਼ਨਾਂ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦਾ ਜੱਜ ਜਿਹੜਾ ਇਹਦਾ ਮੁਖੀ ਜਿਹੜਾ ਵਿਅਕਤੀ ਹੋਊਗਾ, ਪ੍ਰਧਾਨ ਕੋਈ ਵੀ ਉਹ ਵਿਅਕਤੀ ਹੋਊਗਾ ਜੋ ਜਾਂ ਤਾਂ ਸੁਪਰੀਮ ਕੋਰਟ ਦਾ ਮੌਜੂਦਾ ਜੱਜ ਹੋਵੇ ਜਾਂ ਪਹਿਲੋਂ ਰਹਿ ਚੁੱਕਾ ਹੋਵੇ। ਅਤੇ ਇਹਦੇ ਜਿਹੜੇ ਪ੍ਰਧਾਨ ਅਤੇ ਬਾਕੀ ਮੈਂਬਰ, ਉਹਨਾਂ ਦੇ ਵਿੱਚ 35 ਸਾਲ ਦੀ ਉਮਰ ਹੋਣੀ ਚਾਹੀਦੀ ਘੱਟੋ ਘੱਟ, ਬੈਚਲਰ ਡਿਗਰੀ ਹੋਣੀ ਚਾਹੀਦੀ ਆ, ਅਤੇ 10 ਸਾਲ ਦਾ ਤਜਰਬਾ ਇਹਨਾਂ ਖੇਤਰਾਂ ਦੇ ਵਿੱਚ, ਅਰਥ ਸ਼ਾਸਤਰ, ਕਾਨੂੰਨ, ਇੱਦਾਂ ਦੇ ਜਿਹੜੇ ਫੀਲਡਸ ਹੈਗੇ ਉਹਦੇ ਵਿੱਚ ਉਹਨਾਂ ਨੂੰ ਹੋਣਾ ਚਾਹੀਦਾ। ਰਾਸ਼ਟਰੀ ਆਯੋਗਤਾ ਦੇ ਮੈਂਬਰਾਂ ਦੀ ਜਿਹੜੀ ਸ਼ਰਤ ਹੈਗੀ ਆ, ਇਹ ਵੀ ਹੈ ਕਿ ਇਹਦੇ ਵਿੱਚ 50% ਮੈਂਬਰਾਂ ਤੋਂ ਵਧੇਰੇ ਮੈਂਬਰ ਨਿਆਇਕ ਪਿਛੋਕੜ ਵਾਲੇ ਨਹੀਂ ਹੋਣੇ ਚਾਹੀਦੇ। ਮਤਲਬ ਜਿੱਦਾਂ ਹੁਣ ਅਗਰ 4 ਮੈਂਬਰਸ ਹੈਗੇ ਆ ਘੱਟੋ ਘੱਟ, ਅਤੇ ਵੱਧ ਤੋਂ ਵੱਧ ਹੋਰ ਵੀ ਹੋ ਸਕਦੇ ਆ, ਜਿੰਨੇ ਵੀ ਮੈਂਬਰ ਆ ਉਹਦੇ 50% ਮੈਂਬਰਸ ਨਿਆਇਕ ਪਿਛੋਕੜ ਵਾਲੇ ਨਹੀਂ ਹੋਣੇ ਚਾਹੀਦੇ। ਮਤਲਬ ਉਹਨਾਂ ਦਾ ਬੈਕਗਰਾਊਂਡ ਲਾਅ ਵਾਲਾ ਬੈਕਗਰਾਊਂਡ ਨਹੀਂ ਹੋਣਾ ਚਾਹੀਦਾ। ਨਿਆਇਕ ਪਿਛੋਕੜ ਦਾ ਮਤਲਬ ਉਹ ਵਿਅਕਤੀਆਂ ਤੋਂ ਹੈ ਜਿਨ੍ਹਾਂ ਨੂੰ ਘੱਟ ਤੋਂ ਘੱਟ 10 ਸਾਲ ਦਾ ਜ਼ਿਲ੍ਹਾ ਪੱਧਰੀ ਅਦਾਲਤ ਜਾਂ ਟ੍ਰਿਬਿਊਨਲ ਜਾਂ ਇਸ ਦੇ ਬਰਾਬਰ ਦੀ ਕਿਸੇ ਅਦਾਲਤ ਵਿੱਚ ਮੁੱਖ ਅਫਸਰ ਵਜੋਂ ਕਾਰਜ ਕਰਨ ਦੀ ਜਾਣਕਾਰੀ ਜਾਂ ਅਨੁਭਵ ਹੋਵੇ। ਅਤੇ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ, ਇਹਨਾਂ ਦੀ ਸੰਖਿਆ 50% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹਨਾਂ ਦੇ ਟੋਟਲ ਮੈਂਬਰਸ ਦੇ ਵਿੱਚ। ਸਮਾਂ ਕਾਲ ਕਿੰਨਾ ਹੈ, ਕਿੰਨੇ ਸਮੇਂ ਵਾਸਤੇ ਜਿਹੜੀ ਇਹ ਨੈਸ਼ਨਲ ਕਮਿਸ਼ਨ ਇਹ ਕੰਮ ਕਰਦੀ ਹੈ? 5 ਸਾਲ। ਇਹਨਾਂ ਦੇ ਜਿਹੜੇ ਮੈਂਬਰਸ ਉਹਨਾਂ ਦਾ ਕਾਰਜਕਾਲ 5 ਸਾਲ ਜਾਂ 70 ਸਾਲ ਦੀ ਉਮਰ, ਦੋਵਾਂ ਵਿੱਚੋਂ ਜਿਹੜੀ ਵੀ ਚੀਜ਼ ਪਹਿਲੋਂ ਹੋ ਜਾਵੇ ਉੱਥੇ ਤੱਕ ਹੁੰਦਾ ਹੈ। ਇਹਨਾਂ ਕੋਲ ਕਿਹੜੇ ਕਿਹੜੇ ਕੇਸ ਆਉਂਦੇ ਆ? ਜਿਨ੍ਹਾਂ ਦੇ ਵਿੱਚ ਘੱਟ ਤੋਂ ਘੱਟ 1 ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਅਗਰ ਕੇਸ ਹੈਗਾ, ਉਹ ਇਹ ਲੈਂਦੇ ਹੈਗੇ ਆ। ਮਤਲਬ ਡਿਸਟ੍ਰਿਕਟ ਲੈਵਲ 'ਤੇ 20 ਲੱਖ ਵੱਧ ਤੋਂ ਵੱਧ ਆ। ਡਿਸਟ੍ਰਿਕਟ ਫੋਰਮ ਜਿਹੜਾ ਉਹਦੇ ਕੋਲ 20 ਲੱਖ ਤੱਕ ਦੇ ਕੇਸ ਆਉਂਦੇ ਆ। ਆਪਣਾ ਦੂਸਰਾ ਜਿਹੜਾ ਹੈਗਾ ਸਟੇਟ ਕਮਿਸ਼ਨ ਆ, ਉਹਦੇ ਕੋਲ 20 ਲੱਖ ਤੋਂ ਲੈ ਕੇ 1 ਕਰੋੜ ਤੱਕ ਦੇ ਆਉਂਦੇ ਆ। ਅਤੇ ਜਿਹੜਾ ਆਪਣਾ ਨੈਸ਼ਨਲ ਕਮਿਸ਼ਨ ਆ, ਉਹਦੇ ਕੋਲ 1 ਕਰੋੜ ਜਾਂ ਅਬਵ ਦੇ ਕੇਸ ਇਹਨਾਂ ਕੋਲ ਆਉਂਦੇ ਹੈਗੇ ਆ। ਤਾਂ ਇਹ ਚੀਜ਼ ਇਹਦੇ ਕੋਲ ਇੱਕ ਤਾਂ ਇਹ ਚੀਜ਼ ਆਊਗੀ, 1 ਕਰੋੜ ਤੋਂ ਵੱਧ ਵਾਲੇ ਕੇਸ ਇਹਨਾਂ ਕੋਲ ਆਊਗੀ। ਜਾਂ ਕਿਸੇ ਨੇ ਅਗਰ ਕੋਈ ਰਾਜ ਦੇ ਆਯੋਗ ਦੇ ਵਿੱਚ ਕੇਸ ਪਾਇਆ ਸੀ, ਉਹਨਾਂ ਨੂੰ ਉੱਥੇ ਜੋ ਵਰਡਿਕਟ ਜਾਂ ਜਜਮੈਂਟ ਦਿੱਤਾ ਗਿਆ ਉਹ ਪਸੰਦ ਨਹੀਂ ਆਇਆ, ਉਹਦੇ ਖਿਲਾਫ ਜਿਹੜੀ ਅਪੀਲ ਕੀਤੀ, ਉਹ ਆ ਸਕਦੇ ਇਹਨਾਂ ਕੋਲ ਕੇਸ। ਰਾਸ਼ਟਰੀ ਆਯੋਗ ਨੂੰ ਕਿਸੇ ਵੀ ਝਗੜੇ ਦੇ ਵਿੱਚ ਮਤਲਬ ਇਹਨਾਂ ਕੋਲ ਵੀ ਉਹ ਪਾਵਰ ਹੈਗੀ ਹੈ ਕਿ ਅਗਰ ਕੋਈ ਇੱਦਾਂ ਦਾ ਝਗੜਾ ਰਾਜ ਆਯੋਗ ਕੋਲ ਕੋਈ ਮੁਕੱਦਮਾ ਚੱਲ ਰਿਹਾ ਹੈਗਾ ਜਿਹਦੇ ਬਾਰੇ ਰਾਜ ਆਯੋਗ ਨੇ ਅਗਰ ਕੋਈ ਫੈਸਲਾ ਵੀ ਦੇ ਦਿੱਤਾ ਹੈ, ਅਤੇ ਉਹਦੇ ਰਿਕਾਰਡ ਵੀ ਇਹ ਮੰਗਵਾ ਸਕਦਾ ਹੈ ਅਤੇ ਉਹਦੇ ਉੱਤੇ ਵੀ ਆਦੇਸ਼ ਜਾਰੀ ਕਰ ਸਕਦਾ ਅਗਰ ਉਹਨਾਂ ਨੂੰ ਲੱਗਦਾ ਹੈਗਾ ਕਿ ਉੱਥੇ ਕੋਈ ਕੰਮ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਹੋਇਆ, ਜਾਂ ਰਾਜ ਆਯੋਗ ਨੇ ਆਪਣੀ ਸ਼ਕਤੀ ਦਾ ਦੁਰਉਪਯੋਗ ਕੀਤਾ, ਜਾਂ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਉਹਨਾਂ ਨੇ ਕੋਈ ਕੰਮ ਕੀਤਾ, ਅਤੇ ਉਹ ਮੁਕੱਦਮੇ ਨੂੰ ਓਵਰਰੂਲ ਕਰਕੇ ਰਾਸ਼ਟਰੀ ਕਮਿਸ਼ਨ ਜਿਹੜਾ ਹੈ ਆਪਣਾ ਫੈਸਲਾ ਸੁਣਾ ਸਕਦਾ ਹੈਗਾ ਹੈ। ਅਤੇ ਇਸ ਤਰੀਕੇ ਨਾਲ ਜਿਹੜਾ ਇਹ 3 ਤਰ੍ਹਾਂ ਦੇ ਜਿਹੜੇ ਆਯੋਗ ਨੇ, ਡਿਸਟ੍ਰਿਕਟ ਲੈਵਲ, ਸਟੇਟ ਲੈਵਲ 'ਤੇ ਜਾਂ ਆਪਣਾ ਨੈਸ਼ਨਲ ਲੈਵਲ 'ਤੇ ਕੰਮ ਕਰਦੇ ਨੇ। ਇਹਨਾਂ ਦੇ ਮੈਂਬਰਸ ਦੀ ਕੁਆਲੀਫਿਕੇਸ਼ਨ, ਕਿੰਨੇ ਮੈਂਬਰਸ ਹੁੰਦੇ ਨੇ, ਮੁਖੀ ਅਤੇ ਬਾਕੀ ਮੈਂਬਰਸ ਕਿੰਨੇ ਹੁੰਦੇ ਨੇ, ਉਹਨਾਂ ਦੀ ਯੋਗਤਾ, ਉਹਨਾਂ ਦਾ ਕਾਰਜਕਾਲ, ਇਹ ਸਾਰਾ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਇਹਨਾਂ ਦੇ ਕੰਪਲੇਂਟਸ ਫਾਈਲ ਕਿੱਦਾਂ ਕਰਨੀ, ਉਹਨਾਂ ਦਾ ਸੈਟਲਮੈਂਟ ਕਿੱਦਾਂ ਕਰਨਾ, ਅਤੇ ਕੌਣ ਕੰਪਲੇਂਟ ਫਾਈਲ ਕਰ ਸਕਦਾ ਹੈ, ਸ਼ਿਕਾਇਤ ਕੌਣ ਦਰਜ ਕਰ ਸਕਦਾ ਹੈ? ਉਪਭੋਗਤਾ ਕਰ ਸਕਦਾ ਹੈ। ਉਪਭੋਗਤਾ ਦੇ ਜਿਹੜੇ ਸੰਗਠਨ ਬਣੇ ਹੋਏ ਆ ਜੋ ਕਿ ਰਜਿਸਟਰਡ ਹੋਣੇ ਚਾਹੀਦੇ, ਉਹ ਕਰ ਸਕਦੇ ਨੇ। ਕੇਂਦਰ ਸਰਕਾਰ, ਰਾਜ ਸਰਕਾਰ ਕਰ ਸਕਦੀ ਹੈ। ਆਮ ਉਪਭੋਗਤਾਵਾਂ ਦੇ ਥਾਂ ਜਾਂ ਕਿਸੇ ਵੀ ਇੱਕ ਉਪਭੋਗਤਾ ਜਾਂ ਇੱਕ ਤੋਂ ਵਧੇਰੇ ਉਪਭੋਗਤਾ ਕਰ ਸਕਦੇ ਨੇ ਮਿਲ ਕੇ। ਅਗਰ ਕੋਈ ਉਪਭੋਗਤਾ ਜਿਹਦੀ ਡੈਥ ਹੋ ਚੁੱਕੀ ਆ, ਅਤੇ ਉਹਦੇ ਕਾਨੂੰਨੀ ਵਾਰਸ ਜਿਹੜੇ ਨੇ ਉਹ ਵੀ ਕਰ ਸਕਦੇ ਨੇ ਕੇਸ ਵਗੈਰਾ। ਫਿਰ ਕਿਸ ਤਰ੍ਹਾਂ ਦੀਆਂ ਕੰਪਲੇਂਟਾਂ ਹੋ ਸਕਦੀਆਂ ਨੇ ਕਿ ਉਹਨਾਂ ਦੇ ਨਾਲ ਜੀ ਅਨੁਚਿਤ ਤਰੀਕੇ ਨਾਲ ਜਾਂ ਬੰਦੇਜਮਈ ਵਪਾਰਕ ਵਿਵਹਾਰ ਜਿਹੜਾ ਉਹ ਹੋਇਆ ਹੈਗਾ ਆ, ਅਨਫੇਅਰ ਅਤੇ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਜਿਹੜੀਆਂ ਨੇ ਹੋਈਆਂ ਨੇ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਨੇ। ਖਰਾਬ ਦੋਸ਼ਪੂਰਨ ਵਸਤੂਆਂ ਵੇਚੀਆਂ ਗਈਆਂ ਨੇ, ਉਹਦੇ ਸੰਬੰਧ 'ਚ ਕੇਸ ਦਰਜ ਕੀਤਾ ਜਾ ਸਕਦਾ ਹੈ। ਅਗਰ ਸਰਵਿਸਿਸ ਦੀ ਗੱਲ ਕੀਤੀ ਤਾਂ ਘੱਟ ਸਰਵਿਸ ਦਿੱਤੀ ਗਈ ਹੈ, ਜਿਹੜੀ ਵੀ ਪਾਰਟੀ ਸਰਵਿਸ ਪ੍ਰੋਵਾਈਡਰ ਸੀ ਉਹਨਾਂ ਦੇ ਦੁਆਰਾ ਸਰਵਿਸ ਘੱਟ ਪ੍ਰੋਵਾਈਡ ਕੀਤੀ ਗਈ ਹੈ। ਜਾਂ ਫਿਰ ਅਗਰ ਜ਼ਿਆਦਾ ਪ੍ਰਾਈਸ ਚਾਰਜ ਕੀਤਾ ਗਿਆ, ਵਸਤੂਆਂ ਜਿਹੜੀਆਂ ਸੀਗੀਆਂ ਉਹਨਾਂ ਦੀ ਕੀਮਤਾਂ ਉਹਨਾਂ ਤੋਂ ਵੱਧ ਵਸੂਲੀਆਂ ਗਈਆਂ ਗਾਹਕਾਂ ਤੋਂ, ਤਾਂ ਵੀ ਕੇਸ ਫਾਈਲ ਕੀਤੇ ਜਾ ਸਕਦੇ ਨੇ। ਜਾਂ ਫਿਰ ਖਤਰਨਾਕ ਵਸਤੂਆਂ ਜਿਹੜੀਆਂ ਨੇ ਉਹ ਵੇਚੀਆਂ ਗਈਆਂ ਨੇ, ਜਿਹਦਾ ਕਰਕੇ ਮਨੁੱਖੀ ਜੀਵਨ ਜਾਂ ਉਹਦੀ ਸੁਰੱਖਿਆ ਨੂੰ ਦੇ ਵਾਸਤੇ ਜੋ ਖਤਰਨਾਕ ਹੈਗੀਆਂ ਨੇ, ਕਾਨੂੰਨ ਦੇ ਵਿੱਚ ਉਹਨਾਂ ਦੇ ਬਾਰੇ ਸੁਰੱਖਿਆ ਮਾਪਦੰਡ ਜਿਹੜੇ ਦਿੱਤੇ ਗਏ ਨੇ, ਜੋ ਸੇਫਟੀ ਮੈਜਰਸ ਨੇ, ਉਹਨਾਂ ਦੀ ਉਲੰਘਣਾ ਕੀਤੀ ਗਈ ਹੈ। ਅਤੇ ਇੱਦਾਂ ਹੀ ਕੋਈ ਖਤਰਨਾਕ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਜੋ ਕਿ
ਮਨੁੱਖੀ ਜੀਵਨ ਜਾਂ ਸੁਰੱਖਿਆ ਦੇ ਉੱਤੇ ਖਤਰਨਾਕ ਸਿੱਧ ਹੋ ਸਕਦੀਆਂ ਨੇ। ਅਤੇ ਉਹਨਾਂ ਨੇ ਜਿਹੜਾ ਹੈਗਾ ਆ, ਜਿਨ੍ਹਾਂ ਨੇ ਉਹ ਸਰਵਿਸ ਪ੍ਰੋਵਾਈਡ ਕੀਤੀ ਹੈ, ਉਹਨਾਂ ਨੇ ਇਹ ਸਰਵਿਸ ਹੈਜ਼ਾਰਡਸ ਨੇਚਰ ਦੀ ਸਰਵਿਸ ਜਿਹੜੀ ਆ ਪ੍ਰੋਵਾਈਡ ਕੀਤੀ ਹੈਗੀ ਆ। ਅਤੇ ਇਸ ਤਰ੍ਹਾਂ ਦੀਆਂ ਕੰਪਲੇਂਟਸ ਡਿਫਰੈਂਟ ਟਾਈਪਸ ਆਫ ਕੰਪਲੇਂਟਸ ਹੋ ਸਕਦੀਆਂ ਨੇ। ਕਿੱਦਾਂ ਫਾਈਲ ਕਰਨੀਆਂ ਨੇ? ਇੱਕ ਸਿੱਧੇ ਸਾਫ਼ ਸ਼ਿਕਾਇਤ ਕਰਨ ਲਈ ਕਾਗਜ਼ ਦੇ ਉੱਪਰ ਲਿਖ ਕੇ ਦਰਜ ਕੀਤੀ ਜਾ ਸਕਦੀ ਹੈ ਕੰਪਲੇਂਟ, ਅਤੇ ਵਿਅਕਤੀਗਤ ਤੌਰ 'ਤੇ ਜਾਂ ਡਾਕ ਰਾਹੀਂ ਭੇਜੀ ਜਾ ਸਕਦੀ ਆ। ਜਿਹੜੀਆਂ ਸ਼ਿਕਾਇਤ ਵਿੱਚ ਜੋ ਵੀ ਸ਼ਿਕਾਇਤ ਕਰਨ ਵਾਲਾ ਹੈਗਾ ਆ ਅਤੇ ਵਿਰੋਧੀ ਧਿਰ ਦੋਨਾਂ ਦੇ ਬਾਰੇ ਪੂਰਨ ਵੇਰਵੇ ਹੋਣੇ ਚਾਹੀਦੇ ਨੇ। ਕਿੱਥੋਂ ਇਹ ਸ਼ਿਕਾਇਤ ਸ਼ੁਰੂ ਹੋਈ, ਉਹਦਾ ਵਿਸ਼ਾ ਕੀ ਆ, ਇਹਦੇ ਵਿੱਚ ਕਿਹੜੀ ਜਾਣਕਾਰੀ ਸਾਰੀ ਇਹਦੇ ਵਿੱਚ ਸਾਂਝੀ ਕਰਨੀ ਹੁੰਦੀ ਆ। ਜੋ ਵੀ ਚੀਜ਼ ਸ਼ਿਕਾਇਤ ਕੀਤੀ ਗਈ, ਦੋਸ਼ ਲਗਾਏ ਗਏ, ਉਹਦੇ ਬਾਰੇ ਦਸਤਾਵੇਜ਼ ਇਹਦੇ ਨਾਲ ਜੋੜ ਕੇ ਨੱਥੀ ਕਰਨੇ ਪੈਂਦੇ ਆ। ਜਿਹੜੇ ਆਯੋਗ ਦੇ ਵਿੱਚ ਜਾਂ ਮੰਚ ਦੇ ਵਿੱਚ ਜਾਂ ਕਿੱਥੇ ਕਮਿਸ਼ਨ ਦੇ ਵਿੱਚ ਇਹ ਸ਼ਿਕਾਇਤ ਦਰਜ ਕੀਤੀ ਗਈ, ਉਹਨੂੰ ਸੰਬੋਧਨ ਐਡਰੈਸ ਕਰਨਾ ਹੁੰਦਾ ਆ। ਅਤੇ ਕਿੰਨੇ ਮੁਆਵਜ਼ਾ ਮੰਗਿਆ ਗਿਆ, ਰਾਹਤ ਰਾਸ਼ੀ ਕਿੰਨੀ ਮੰਗੀ ਗਈ ਹੈ, ਉਹ ਵੀ ਇਹਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਹਸਤਾਖਰ ਕੀਤੇ ਹੋਣੇ ਚਾਹੀਦੇ ਸ਼ਿਕਾਇਤਕਰਤਾ ਦੇ, ਜਾਂ ਅਗਰ ਉਹਦਾ ਕੋਈ ਏਜੰਟ ਉਹਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਤਾਂ ਉਹਦੇ ਸਿਗਨੇਚਰ ਇੱਥੇ ਹੋਣੇ ਚਾਹੀਦੇ ਆ। ਵਕੀਲ ਦੀਆਂ ਸੇਵਾਵਾਂ ਪ੍ਰਾਪਤ ਕਰਨਾ ਕੋਈ ਜ਼ਰੂਰੀ ਨਹੀਂ ਹੈ। ਆਪਣੇ ਲੈਵਲ 'ਤੇ ਤੁਸੀਂ ਕੰਜ਼ਿਊਮਰ ਕੋਰਟਸ ਦੇ ਵਿੱਚ, ਇਹਨਾਂ ਫੋਰਮਸ ਦੇ ਵਿੱਚ ਡਿਸਟ੍ਰਿਕਟ ਲੈਵਲ 'ਤੇ ਜਾਂ ਸਟੇਟ ਲੈਵਲ 'ਤੇ ਜਾਂ ਨੈਸ਼ਨਲ ਲੈਵਲ 'ਤੇ ਕਰ ਸਕਦੇ ਹੋ। ਇਹਦੀ ਫੀਸ ਜੋ ਵੀ ਬਣਦੀ ਫੀਸ ਹੈਗੀ ਆ, ਉਹ ਵੀ ਤੁਹਾਨੂੰ ਨਾਲ ਹੀ ਪੇ ਕਰਨੀ ਪਊਗੀ। ਇਹਦੇ ਜਿਹੜੀ ਲੋੜੀਂਦਾ ਫੀਸ ਹੈਗੀ ਆ, ਉਹ ਕਿਸੇ ਵੀ ਨੈਸ਼ਨਲਾਈਜ਼ਡ ਬੈਂਕ ਦੇ ਵਿੱਚ ਤੁਸੀਂ ਬੈਂਕ ਡਰਾਫਟ ਬਣਾ ਕੇ ਜੋ ਕਿ ਕ੍ਰੋਸ ਕੀਤਾ ਹੋਵੇ, ਜਾਂ ਇੰਡੀਅਨ ਪੋਸਟਲ ਆਰਡਰਸ ਜਿਹੜੇ ਨੇ ਉਹਨਾਂ ਦੇ ਰਾਹੀਂ ਜੋ ਵੀ ਕ੍ਰੋਸ ਕੀਤੇ ਹੁੰਦੇ ਨੇ, ਉਹਨਾਂ ਦੇ ਰਾਹੀਂ ਤੁਸੀਂ ਪੇ ਕਰ ਸਕਦੇ ਹੋ। ਅਤੇ ਇੱਥੇ ਧਿਆਨ ਦੇਣ ਯੋਗ ਹੈਗਾ ਕਿ ਸ਼ਿਕਾਇਤ ਕਰਨ ਸਮੇਂ ਸਿਰਫ ਜ਼ਿਲ੍ਹਾ ਮੰਚ ਵਿੱਚ ਹੀ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਰਾਸ਼ਟਰ ਆਯੋਗ ਜਾਂ ਰਾਜ ਆਯੋਗ ਵਿੱਚ ਸ਼ਿਕਾਇਤ ਕਰਨ ਦੀ ਕੋਈ ਫੀਸ ਨਹੀਂ ਹੁੰਦੀ। ਮਤਲਬ ਡਿਸਟ੍ਰਿਕਟ ਲੈਵਲ 'ਤੇ ਹੀ ਜਿਹੜਾ ਜਿਹੜੀ ਫੀਸ ਪੇ ਕੀਤੀ ਜਾਂਦੀ ਹੈ, ਉੱਪਰਲੇ ਲੈਵਲਸ 'ਤੇ ਫੀਸ ਪੇ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਸੈਟਲਮੈਂਟ ਦਾ ਪ੍ਰੋਸੀਜਰ ਕਿੱਦਾਂ, ਸ਼ਿਕਾਇਤਾਂ ਦਾ ਨਿਪਟਾਰਾ ਕਿੱਦਾਂ ਕੀਤਾ ਜਾਂਦਾ ਹੈ? ਜਿੱਦਾਂ ਹੀ ਸ਼ਿਕਾਇਤ ਐਕਸੈਪਟ ਕਰ ਲਈ ਜਾਂਦੀ ਹੈ ਕਿਸੇ ਵੀ ਅਦਾਲਤ ਦੇ ਦੁਆਰਾ, ਅਤੇ 21 ਦਿਨਾਂ ਦੇ ਅੰਦਰ ਅੰਦਰ ਜਿਹੜੀ ਸ਼ਿਕਾਇਤ ਦੀ ਕਾਪੀ ਜਿਹੜੀ ਆ ਉਹ ਵਿਰੋਧੀ ਧਿਰ ਨੂੰ ਭੇਜ ਦਿੱਤੀ ਜਾਂਦੀ ਆ। ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣਾ ਜਵਾਬ 30 ਦਿਨਾਂ ਦੇ ਅੰਦਰ ਅੰਦਰ ਦੇ ਦਿਓ। ਇਹ ਸਮਾਂ ਵਧਾ ਕੇ 15 ਸਾਲ ਹੋਰ ਵਧਾਇਆ ਜਾ ਸਕਦਾ ਹੈ। ਜੇਕਰ ਵਿਰੋਧੀ ਧਿਰ ਦੋਸ਼ਾਂ ਤੋਂ ਮੁੱਕਰਦੀ ਹੈ ਜਾਂ ਸ਼ਿਕਾਇਤ ਵਿੱਚ ਜੋ ਤੱਥ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਕੁਐਸਚਨ ਕਰਦੀ ਆ, ਜਾਂ ਸਮਾਂ ਕਾਲ ਦੇ ਵਿੱਚ ਉੱਤਰ ਨਹੀਂ ਦਿੰਦੀ, ਤਾਂ ਉਪਭੋਗਤਾ ਅਦਾਲਤ ਕੀ ਕਰਦੀ ਹੈ? ਸ਼ਿਕਾਇਤ ਦਾ ਨਿਪਟਾਰਾ ਦੇ ਸੰਬੰਧੀ ਕਾਰਵਾਈ ਕਰ ਦਿੰਦੀ ਹੈ। ਅਤੇ ਸ਼ਿਕਾਇਤਕਰਤਾ ਦੀ ਅਗਰ ਸ਼ਿਕਾਇਤਕਰਤਾ ਵੀ ਨਿਸ਼ਚਿਤ ਮਿਤੀ ਜਿੱਦਣ ਕੋਰਟ ਦੇ ਵਿੱਚ ਡੇਟ ਹੈਗੀ ਹੈ ਉੱਦਣ ਨਹੀਂ ਪਹੁੰਚਦਾ, ਅਤੇ ਫਿਰ ਉਹਦੀ ਅਦਾਲਤ ਕੀ ਕਰਦੀ ਹੈ? ਉਪਭੋਗਤਾ ਅਦਾਲਤ ਕੀ ਕਰਦੀ? ਉਹਦੀ ਸ਼ਿਕਾਇਤ ਨੂੰ ਰੱਦ ਵੀ ਕਰ ਸਕਦੀ ਹੈ, ਜਾਂ ਤੱਥਾਂ ਦੇ ਆਧਾਰ 'ਤੇ ਸਹੀ ਫੈਸਲਾ ਵੀ ਕੀਤਾ ਜਾ ਸਕਦਾ ਹੈ। ਗੁਡਸ ਦੀ ਸੈਟਲਮੈਂਟ ਦਾ ਪ੍ਰੋਸੀਜਰ, ਅਗਰ ਗੁਡਸ ਦੇ ਰਿਲੇਟਿਡ ਕੋਈ ਸ਼ਿਕਾਇਤ ਕੀਤੀ ਗਈ ਆ ਤਾਂ ਉਹਦਾ ਸੈਟਲਮੈਂਟ ਪ੍ਰੋਸੀਜਰ ਕਿੱਦਾਂ ਹੋਊਗਾ? ਅਤੇ ਉਪਭੋਗਤਾ ਅਦਾਲਤ ਕੀ ਕਰਦੀ ਹੈ? ਜਿਹੜੀਆਂ ਗੁਡਸ ਦੇ ਵਿੱਚ ਡਿਫੈਕਟ ਹੈਗਾ ਉਹਨਾਂ ਨੂੰ ਜਿਹਦੇ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ ਉਹਦੇ ਸੰਬੰਧਿਤ ਜੋ ਵੀ ਸਬੂਤ ਵਗੈਰਾ ਜਾਂ ਤੱਥ ਹੈ ਉਹਦੇ ਆਧਾਰ 'ਤੇ ਉਹਦਾ ਨਿਪਟਾਰਾ ਕੀਤਾ ਜਾਂਦਾ ਹੈ। ਜੇਕਰ ਉਹ ਵਸਤੂਆਂ ਨੂੰ ਜੇ ਵਿੱਚ ਜੋ ਵੀ ਕੋਈ ਦੋਸ਼ ਵਗੈਰਾ ਹੈ ਉਹਨਾਂ ਨੂੰ ਆਪਾਂ ਵਿਸ਼ਲੇਸ਼ਣ ਜਾਂ ਜਾਂਚ ਜਿਹੜਾ ਕਰਨਾ, ਉਹਨੂੰ ਆਪਾਂ ਜਾਂਚ ਕਰ ਸਕਦੇ ਹਾਂ। ਮਤਲਬ ਉਹ ਕੋਰਟ ਦੇ ਵਿੱਚ ਉਹ ਡਿਸਾਈਡ ਕੀਤਾ ਜਾ ਸਕਦਾ ਕਿ ਹਾਂ ਇਹਦੇ ਵਿੱਚ ਕੋਈ ਦੋਸ਼ ਹੈਗਾ ਹੈ ਕਿ ਨਹੀਂ ਆ, ਅਤੇ ਫਿਰ ਤਾਂ ਉਸੇ ਟਾਈਮ ਉਹਦਾ ਜਾਂਚ ਕਰ ਲਈ ਜਾਂਦੀ ਹੈ ਅਤੇ ਉਹਦੇ ਆਧਾਰ 'ਤੇ ਫਿਰ ਫੈਸਲਾ ਲੈ ਲਿੱਤਾ ਜਾਂਦਾ। ਜਿੱਦਾਂ ਕਿ ਅਗਰ ਕੋਈ ਪੈਕ ਕੀਤਾ ਹੋਇਆ ਭੋਜਨ ਉਹਦੇ ਵਿੱਚ ਉੱਲੀ ਲੱਗੀ ਹੋਈ ਹੈ ਤਾਂ ਸਪਸ਼ਟ ਦਿਖ ਜਾਂਦਾ, ਅਤੇ ਉਹਦੇ ਵਿੱਚ ਉਹਨੂੰ ਪ੍ਰਯੋਗਸ਼ਾਲਾ ਦੇ ਵਿੱਚ ਲੈਬੋਰਟਰੀ ਦੇ ਵਿੱਚ ਟੈਸਟਿੰਗ ਕਰਨ ਵਾਸਤੇ ਭੇਜਣ ਦੀ ਕੋਈ ਲੋੜ ਨਹੀਂ ਹੈ, ਅਤੇ ਉਸੇ ਟਾਈਮ ਉਹਦਾ ਫੈਸਲਾ ਲਿੱਤਾ ਜਾ ਸਕਦਾ ਹੈ। ਅਤੇ ਦੂਸਰਾ, ਅਗਰ ਇੱਦਾਂ ਨਹੀਂ ਸੰਭਵ ਹੈਗਾ ਤਾਂ ਫਿਰ ਪ੍ਰਯੋਗਸ਼ਾਲਾ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ ਸੈਂਪਲ, ਅਤੇ 45 ਦਿਨਾਂ ਦੇ ਵਿੱਚ ਉਹਦਾ ਜਿਹੜਾ ਰਿਪੋਰਟ ਆ ਉਹ ਕੋਰਟ ਦੇ ਸਾਹਮਣੇ ਪੇਸ਼ ਕਰਨੀ ਹੁੰਦੀ ਆ। ਇਹ ਸਮਾਂ ਵਧਾਇਆ ਵੀ ਜਾ ਸਕਦਾ। ਇਸ ਤੋਂ ਇਲਾਵਾ ਨਮੂਨੇ ਦੀ ਜਾਂਚ ਜਾਂ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਨੂੰ ਜੋ ਫੀਸ ਆ ਉਹ ਪੇ ਕਰਨ ਲਈ ਉਪਭੋਗਤਾ ਅਦਾਲਤ ਦੁਆਰਾ ਇਹ ਫੀਸ ਸ਼ਿਕਾਇਤਕਰਤਾ ਨੂੰ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਜਾ ਸਕਦਾ ਹੈ। ਉਪਭੋਗਤਾ ਅਦਾਲਤ ਦੁਆਰਾ ਜਾਂਚ ਰਿਪੋਰਟ ਦੀ ਇੱਕ ਕਾਪੀ ਆਪਣੀਆਂ ਟਿੱਪਣੀਆਂ ਸਮੇਤ ਵਿਰੋਧੀ ਧਿਰ ਨੂੰ ਭੇਜ ਦਿੱਤੀ ਜਾਂਦੀ ਹੈ। ਜੇਕਰ ਸ਼ਿਕਾਇਤਕਰਤਾ ਵਿਰੋਧੀ ਧਿਰ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਸਨੂੰ ਇਸ ਸੰਬੰਧੀ ਆਪਣਾ ਪੱਖ ਲਿਖਤੀ ਰੂਪ ਵਿੱਚ ਉਪਭੋਗਤਾ ਅਦਾਲਤ ਸਾਹਮਣੇ ਪੇਸ਼ ਕਰਨਾ ਪੈਂਦਾ ਹੈ। ਇਹ ਤਾਂ ਗੁਡਸ ਦੇ ਨਾਲ ਰਿਲੇਟਿਡ ਸੈਟਲਮੈਂਟ ਪ੍ਰੋਸੀਜਰ ਹੈ। ਸਰਵਿਸਿਜ਼ ਦੇ ਨਾਲ ਰਿਲੇਟਿਡ ਅਗਰ ਕੋਈ ਸਰਵਿਸ ਪ੍ਰੋਵਾਈਡਰ ਜਿਹੜਾ ਆ ਘਟੀਆ ਸਰਵਿਸ ਦਿੰਦਾ ਹੈ ਅਤੇ ਉਹਦੀ ਸ਼ਿਕਾਇਤ ਅਗਰ ਕੋਈ ਕੀਤੀ ਜਾਂਦੀ ਹੈ ਕਿਸੇ ਵੀ ਸਰਵਿਸ ਯੂਜ਼ਰ ਦੁਆਰਾ, ਅਤੇ ਉਹ ਫਿਰ ਉਹਦੇ ਸੰਬੰਧਿਤ ਜੋ ਵੀ ਤੱਥ ਵਗੈਰਾ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਂਦਾ ਹੈ। ਅਤੇ ਜੇਕਰ ਵਿਰੋਧੀ ਧਿਰ ਨਿਸ਼ਚਿਤ ਸਮੇਂ ਵਿੱਚ ਆਪਣਾ ਪੱਖ ਨਾ ਪੇਸ਼ ਕਰ ਸਕੇ, ਅਤੇ ਜਿਹੜਾ ਸ਼ਿਕਾਇਤਕਰਤਾ ਜਿਹੜਾ ਹੈਗਾ ਆ ਉਹਨੇ ਜੋ ਵੀ ਸਬੂਤ ਵਗੈਰਾ ਪੇਸ਼ ਕੀਤੇ, ਤੱਥ ਵਗੈਰਾ ਪੇਸ਼ ਕੀਤੇ, ਉਹਦੇ ਆਧਾਰ 'ਤੇ ਹੀ
ਨਿਪਟਾਰਾ ਕਰ ਦਿੱਤਾ ਜਾਂਦਾ ਹੈ ਸ਼ਿਕਾਇਤ ਦਾ। ਕੰਜ਼ਿਊਮਰ ਕੋਰਟ ਕੀ ਆਰਡਰ ਪੇਸ਼ ਕਰ ਸਕਦੀ ਹੈ, ਮਤਲਬ ਅਗਰ ਕੰਜ਼ਿਊਮਰ ਨੇ ਸ਼ਿਕਾਇਤ ਕੀਤੀ ਹੈ ਤਾਂ ਉਸ ਸੰਬੰਧ ਵਿੱਚ ਕਿਹੜੇ ਆਦੇਸ਼ ਪੇਸ਼ ਕੀਤੇ ਜਾ ਸਕਦੇ ਕੰਜ਼ਿਊਮਰ ਕੋਰਟ ਜਾਂ ਫੋਰਮ ਜਾਂ ਕਮਿਸ਼ਨ ਵੱਲੋਂ। ਅਤੇ ਉਹ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗਸ਼ਾਲਾ ਦੇ ਵਿੱਚ ਜੋ ਉਹਨਾਂ ਵਸਤੂਆਂ ਦੇ ਵਿੱਚ ਦੋਸ਼ ਸਾਹਮਣੇ ਆਏ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਕਹਿ ਸਕਦੀ ਹੈ। ਜਿਹੜੀਆਂ ਡਿਫੈਕਟਿਵ ਵਸਤੂਆਂ ਗੁਡਸ ਵਗੈਰਾ ਨੇ ਉਹਨਾਂ ਦੀ ਥਾਂ 'ਤੇ ਨਵੀਆਂ ਵਸਤੂਆਂ ਦੇਣ ਵਾਸਤੇ ਵੀ ਸੈਲਰ ਨੂੰ ਪ੍ਰੋਡਿਊਸਰ ਨੂੰ ਕਹਿ ਸਕਦੀ ਹੈ। ਸ਼ਿਕਾਇਤਕਰਤਾ ਨੂੰ ਜੋ ਪੈਸੇ ਉਹਨੇ ਪੇ ਕੀਤੇ ਆ ਜਾਂ ਖਰਚ ਕੀਤੇ ਉਹ ਉਹਨੂੰ ਵਾਪਸ ਕਰਨ ਵਾਸਤੇ ਵੀ ਕਿਹਾ ਜਾ ਸਕਦਾ ਹੈ ਵਿਰੋਧੀ ਧਿਰ ਨੂੰ। ਅਤੇ ਵਿਰੋਧੀ ਧਿਰ ਦੀ ਅਣਗਹਿਲੀ ਕਰਕੇ ਜੋ ਉਪਭੋਗਤਾ ਨੂੰ ਹਾਨੀ ਹੋਈ, ਨੁਕਸਾਨ ਹੋਈ, ਉਹਨੂੰ ਪੂਰਾ ਕਰਨ ਵਾਸਤੇ ਜਾਂ ਮੁਆਵਜ਼ਾ ਦੇਣ ਵਾਸਤੇ ਵੀ ਕੋਰਟ ਵਿੱਚ ਡਿਸੀਜ਼ਨ ਦਿੱਤਾ ਜਾ ਸਕਦਾ ਹੈ। ਜਾਂ ਵਿਰੋਧੀ ਧਿਰ ਨੂੰ ਪਨਿਸ਼ਮੈਂਟ ਵੀ ਕੀਤੀ ਜਾ ਸਕਦੀ ਹੈ, ਮੁਆਵਜ਼ਾ ਦੇਣ ਲਈ ਵੀ ਕਿਹਾ ਜਾ ਸਕਦਾ ਹੈ। ਅਤੇ ਅਗਰ ਉਹਦੇ ਜੋ ਵੀ ਉਹ ਗਲਤ ਪ੍ਰੈਕਟਿਸਿਸ ਕਰ ਰਿਹਾ ਉਹਨੂੰ ਬੰਦ ਕਰਨ ਵਾਸਤੇ ਉਹਨੂੰ ਕਿਹਾ ਜਾ ਸਕਦਾ ਹੈ। ਅਤੇ ਮੁੜ ਤੋਂ ਉਹ ਪ੍ਰੈਕਟਿਸਿਸ ਜਿਹੜੀਆਂ ਮਾਲ ਪ੍ਰੈਕਟਿਸਿਸ ਉਹ ਕਰ ਰਹੇ ਨੇ ਉਹਨੂੰ ਨਾ ਦੁਹਰਾਉਣ ਵਾਸਤੇ ਵੀ ਕਿਹਾ ਜਾ ਸਕਦਾ ਹੈ। ਖਤਰਨਾਕ ਵਸਤੂਆਂ ਜਾਂ ਸੇਵਾਵਾਂ ਦੇ ਬਾਰੇ ਅਗਰ ਉਹਨਾਂ ਨੇ ਵੇਚੀਆਂ ਹੈਗੀਆਂ ਅਤੇ ਉਹਨਾਂ ਨੂੰ ਅੱਗੇ ਤੋਂ ਵੇਚਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ। ਅਤੇ ਇਹਨਾਂ ਵਸਤੂਆਂ ਨੂੰ ਵਿਕਰੀ ਤੋਂ ਵਾਪਸ ਲੈਣ ਵਾਸਤੇ ਕਿਹਾ ਜਾ ਸਕਦਾ ਹੈ ਸੇਵਾਵਾਂ ਨੂੰ, ਖਤਰਨਾਕ ਸੇਵਾਵਾਂ ਨੂੰ, ਵਸਤੂਆਂ ਨੂੰ। ਅਤੇ ਇਸ ਤੋਂ ਇਲਾਵਾ ਵੀ ਜੇਕਰ ਉਪਭੋਗਤਾ ਅਦਾਲਤ ਦਾ ਇਹ ਵਿਚਾਰ ਹੋਵੇ ਕਿ ਉਪਭੋਗਤਾਵਾਂ ਨੂੰ ਖਤਰਨਾਕ ਵਸਤੂਆਂ ਜਾਂ ਸੇਵਾਵਾਂ ਦੀ ਪੂਰਤੀ ਦੇ ਫਲਸਰੂਪ ਕੋਈ ਨੁਕਸਾਨ ਹੋਇਆ ਹੈ ਅਤੇ ਉਹ ਵਸਤੂਆਂ ਸੇਵਾਵਾਂ ਦੇ ਪੂਰਤੀਕਾਰ ਜਿਨ੍ਹਾਂ ਨੇ ਉਹ ਵਸਤੂਆਂ ਸੇਵਾਵਾਂ ਦਿੱਤੀਆਂ ਸੀ ਉਹਨਾਂ ਨੂੰ ਮੁਆਵਜ਼ਾ ਦੇਣ ਲਈ ਵੀ ਆਰਡਰ ਦਿੱਤਾ ਜਾ ਸਕਦਾ ਹੈ। ਅਗਰ ਵਿਗਿਆਪਨ ਵਗੈਰਾ ਜੋ ਕਿ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਵਗੈਰਾ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਜਾਂ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਆ, ਉਹਦੇ ਰਾਹੀਂ ਵੀ ਕਿਸੇ ਧਿਰ ਦਾ ਨੁਕਸਾਨ ਹੋਇਆ ਅਤੇ ਉਹ ਵਿਗਿਆਪਨਾਂ ਨੂੰ ਸੋਧਣ ਵਾਸਤੇ ਕਿਹਾ ਜਾ ਸਕਦਾ ਦੂਜੀ ਧਿਰ ਨੂੰ ਜਿਨ੍ਹਾਂ ਨੇ ਉਹ ਵਿਗਿਆਪਨ ਜਾਰੀ ਕੀਤੇ ਨੇ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ ਸ਼ਿਕਾਇਤ ਸੰਬੰਧੀ ਲਾਗਤਾਂ ਦੀ ਭਰਪਾਈ, ਮਤਲਬ ਉਹਨੇ ਸ਼ਿਕਾਇਤਕਰਤਾ ਨੇ ਜੋ ਵੀ ਸ਼ਿਕਾਇਤ ਕਰਨ ਦੇ ਵਿੱਚ ਜੋ ਵੀ ਉਹਦਾ ਖਰਚਾ ਵਗੈਰਾ ਆਇਆ ਉਹ ਉਹਨੂੰ ਪੇ ਕਰਨ ਵਾਸਤੇ ਵੀ ਦੂਜੀ ਧਿਰ ਨੂੰ ਕਿਹਾ ਜਾ ਸਕਦਾ ਹੈ। ਕੰਜ਼ਿਊਮਰ ਕੋਰਟ ਦੇ ਵਿੱਚ ਜੋ ਵੀ ਆਦੇਸ਼ ਦਿੱਤੇ ਜਾਂਦੇ ਨੇ ਉਪਭੋਗਤਾ ਅਦਾਲਤ ਦੇ ਆਦੇਸ਼, ਉਹਨਾਂ ਦੇ ਵਿਰੁੱਧ ਅਪੀਲ ਕਰਨ ਦਾ ਕੀ ਸਿਸਟਮ ਹੈ। ਜ਼ਿਲ੍ਹਾ ਮੰਚ ਅਗਰ ਕੋਈ ਆਦੇਸ਼ ਦਿੰਦਾ ਹੈ ਤਾਂ ਕੋਈ ਧਿਰ ਅਗਰ ਨਾ ਖੁਸ਼ ਹੈ ਤਾਂ ਉਹਦੇ ਵਿਰੁੱਧ 30 ਦਿਨਾਂ ਦੇ ਅੰਦਰ ਅੰਦਰ ਅਗਲੀ ਜਿਹੜੀ ਉਸ ਤੋਂ ਉੱਪਰਲਾ ਮੰਚ ਹੈ ਉੱਥੇ ਅਪੀਲ ਕੀਤੀ ਜਾ ਸਕਦੀ ਹੈ। ਅਤੇ ਰਾਜ ਆਯੋਗ ਹੈ ਉਸ ਤੋਂ ਬਾਅਦ ਜ਼ਿਲ੍ਹੇ ਤੋਂ ਬਾਅਦ ਰਾਜ ਜਾਂ ਸਟੇਟ ਕਮਿਸ਼ਨ ਆ। ਸਟੇਟ ਕਮਿਸ਼ਨ ਜਿਹੜਾ ਆ ਉਹ 30 ਦਿਨਾਂ ਦੇ ਅੰਦਰ 30 ਦਿਨਾਂ ਤੋਂ ਬਾਅਦ ਹੀ ਅਪੀਲ ਸਵੀਕਾਰ ਕਰ ਸਕਦਾ ਹੈ। 30 ਦਿਨਾਂ ਤੋਂ ਬਾਅਦ ਵੀ ਅਪੀਲ ਸਵੀਕਾਰ ਕੀਤੀ ਜਾ ਸਕਦੀ ਹੈ ਅਗਰ ਉਸ ਆਯੋਗ ਨੂੰ ਇਹ ਲੱਗਦਾ ਹੈ ਕਿ 30 ਦਿਨਾਂ ਦੇ ਵਿੱਚ ਅਪੀਲ ਦਾਇਰ ਕਰਨਾ ਮੁਸ਼ਕਿਲ ਸੀਗਾ ਉਸ ਧਿਰ ਵਾਸਤੇ, ਉਸ ਪਾਰਟੀ ਵਾਸਤੇ। ਇੱਥੇ ਇਹ ਵੀ ਵਿਵਸਥਾ ਕੀਤੀ ਗਈ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਕਿ ਅਗਰ ਕੋਈ ਵੀ ਵਿਅਕਤੀ ਜਿਸਨੇ ਜ਼ਿਲ੍ਹਾ ਮੰਚ 'ਤੇ ਆਦੇਸ਼ ਅਨੁਸਾਰ ਕੋਈ ਜਿਹੜਾ ਜ਼ਿਲ੍ਹਾ ਮੰਚ ਦੇ ਵਿੱਚ ਉਹਨੇ ਕੇਸ ਚੱਲ ਰਿਹਾ ਸੀ ਉਹਦੇ ਵਿੱਚ ਉਹਦੇ ਖਿਲਾਫ ਫੈਸਲਾ ਆ ਗਿਆ ਤਾਂ ਹੀ ਉਹ ਰਾਜ ਆਯੋਗ 'ਚ ਆਇਆ। ਅਗਰ ਜ਼ਿਲ੍ਹਾ ਆਯੋਗ ਦੇ ਵਿੱਚ ਜ਼ਿਲ੍ਹਾ ਮੰਚ ਦੇ ਵਿੱਚ ਉਹਨੂੰ ਕਿਹਾ ਗਿਆ ਸੀਗਾ ਕਿ ਤੂੰ ਕੁਛ ਪੇਮੈਂਟ ਕਰ, ਅਤੇ ਜਦ ਤੱਕ ਉਹ ਉਸ ਪੇਮੈਂਟ ਨਹੀਂ ਕਰਦਾ, ਜਿੰਨੀ ਪੇਮੈਂਟ ਉਹਨੂੰ ਕਹੀ ਗਈ ਹੈ, ਜਦ ਤੱਕ ਉਹ ਉਹਦੇ 50% ਹਿੱਸੇ ਦੀ ਪੇਮੈਂਟ ਜਾਂ 25,000 ਰੁਪਈਏ ਦੋਨਾਂ ਵਿੱਚੋਂ ਜੋ ਚੀਜ਼ ਵੀ ਘੱਟ ਹੋਵੇ, ਜਦ ਤੱਕ ਉਹ ਨਹੀਂ ਕਰਦਾ ਤਦ ਤੱਕ ਉਹ ਰਾਜ ਆਯੋਗ ਦੇ ਵਿੱਚ ਉਹਦੀ ਜਿਹੜੀ ਬੇਨਤੀ ਆ, ਅਰਜ਼ੀ ਉਹ ਸਵੀਕਾਰ ਨਹੀਂ ਕੀਤੀ ਜਾਊਗੀ, ਉਹਦੀ ਐਪਲੀਕੇਸ਼ਨ ਫਾਈਲ ਨਹੀਂ ਹੋਣ ਦਿੱਤੀ ਜਾਊਗੀ। ਮਤਲਬ ਅਗਰ ਡਿਸਟ੍ਰਿਕਟ ਕੋਰਟ ਦੇ ਵਿੱਚ ਕੋਈ ਡਿਸੀਜ਼ਨ ਆਇਆ ਹੈਗਾ ਜਿਹਦੇ ਵਿੱਚ ਕਿਸੇ ਪਾਰਟੀ ਨੂੰ ਕਿਹਾ ਗਿਆ ਕਿ ਕੋਈ ਪੇਮੈਂਟ ਕਰੋ ਤੁਸੀਂ ਦੂਜੀ ਪਾਰਟੀ ਨੂੰ, ਅਤੇ ਹੁਣ ਉਹ ਪਾਰਟੀ ਨਾਖੁਸ਼ ਹੈਗੀ ਉਸ ਡਿਸੀਜ਼ਨ ਤੋਂ, ਅਤੇ ਉਹ ਹੁਣ ਡਿਸਟ੍ਰਿਕਟ ਕੋਰਟ ਤੋਂ ਅੱਗੇ ਕਿੱਥੇ ਜਾਣਾ ਚਾਹੁੰਦੀ ਆ, ਸਟੇਟ ਕਮਿਸ਼ਨ ਕੋਲ ਜਾਣਾ ਚਾਹੁੰਦੀ ਹੈ। ਡਿਸਟ੍ਰਿਕਟ ਕੋਰਟ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਜਿੱਦਾਂ ਅਗਰ ਸੈਲਰ ਨੂੰ ਕਿਹਾ ਹੈਗਾ ਕਿ ਤੂੰ ਬਈ ਕੰਜ਼ਿਊਮਰ ਨੂੰ 60,000 ਰੁਪੀਜ਼ ਪੇ ਕਰ, ਇਹ ਡਿਸੀਜ਼ਨ ਡਿਸਟ੍ਰਿਕਟ ਕੋਰਟ ਨੇ ਦੇ ਦਿੱਤਾ ਸੈਲਰ ਨੂੰ। ਅਤੇ ਹੁਣ 60,000 ਦਾ 50% ਹੁੰਦਾ ਹੈ 30,000 ਔਰ ਦੂਜਾ 25,000। ਇਹਨਾਂ ਦੋਨਾਂ ਵਿੱਚੋਂ ਜਿਹੜੀ ਰਾਸ਼ੀ ਘੱਟੇ ਦੈਟ ਇਜ਼ 25,000। ਜਦ ਤੱਕ ਉਹ 25,000 ਦੀ ਰਾਸ਼ੀ ਨਹੀਂ ਪੇ ਕਰੂਗਾ ਤਦ ਤੱਕ ਉਹ ਅਗਲਾ ਜਿਹੜਾ ਉਹਨੇ ਅਗਰ ਉਹ ਡਿਸੀਜ਼ਨ ਤੋਂ ਖੁਸ਼ ਵੀ ਨਹੀਂ ਹੈਗਾ ਤਾਂ ਵੀ ਅਗਰ ਉਹ ਸਟੇਟ ਕਮਿਸ਼ਨ 'ਚ ਤਦੇ ਹੀ ਜਾਊਗਾ ਜਦੋਂ ਜਿਹੜਾ ਉਹਨੂੰ ਕਿਹਾ ਗਿਆ ਰਾਸ਼ੀ ਪੇ ਕਰਨ ਵਾਸਤੇ ਉਹਦੇ 50% ਹਿੱਸੇ ਜਾਂ 25,000 ਰੁਪਏ, ਇਹਨਾਂ ਦੋਨਾਂ ਵਿੱਚੋਂ ਜਿਹੜੀ ਚੀਜ਼ ਘੱਟ ਹੋਵੇ ਜਦ ਤੱਕ ਉਹ ਪੇ ਨਹੀਂ ਕਰਦਾ ਤਦ ਤੱਕ ਉਹ ਸਟੇਟ ਕਮਿਸ਼ਨ ਦੇ ਕੋਲ ਆਪਣੀ ਅਰਜ਼ੀ ਦਾਖਲ ਨਹੀਂ ਕਰ ਸਕਦਾ।
ਹੁਣ ਅੱਗੇ ਅਗਲਾ ਅਗਰ ਸਟੇਟ ਕਮਿਸ਼ਨ ਦੇ ਵਿੱਚ ਵੀ ਕੋਈ ਇੱਦਾਂ ਹੁੰਦਾ ਕਿ ਸਟੇਟ ਕਮਿਸ਼ਨ ਦੇ ਵਿੱਚ ਜੋ ਕੇਸ ਚੱਲ ਰਿਹਾ, ਅਗਰ ਉਹਦੇ ਵਿੱਚ ਕੋਈ ਪਾਰਟੀ ਨੂੰ ਜੋ ਫੈਸਲਾ ਆਇਆ ਉਹਦੇ ਨਾਲ ਖੁਸ਼ੀ ਨਹੀਂ ਹੋਈ ਤਾਂ ਉਹ 30 ਦਿਨਾਂ ਦੇ ਅੰਦਰ ਅੰਦਰ ਰਾਸ਼ਟਰੀ ਕਮਿਸ਼ਨ ਜੋ ਇਸ ਤੋਂ ਉੱਪਰਲਾ ਹੁੰਦਾ ਹੈ ਉਹਦੇ ਕੋਲ ਅਪੀਲ ਕਰ ਸਕਦੀ ਹੈ। ਰਾਸ਼ਟਰੀ ਕਮਿਸ਼ਨ 30 ਦਿਨਾਂ ਤੋਂ ਬਾਅਦ ਵੀ ਅਪੀਲ ਸਵੀਕਾਰ ਕਰ ਸਕਦਾ ਹੈ। 30 ਦਿਨ ਦਾ ਸਮਾਂ ਹੈ ਉਹਦਾ, 30 ਦਿਨ ਤੋਂ ਬਾਅਦ ਵੀ ਸਵੀਕਾਰ ਕਰ ਸਕਦਾ ਅਗਰ ਉਹਨਾਂ ਨੂੰ ਲੱਗਦਾ ਕਿ 30 ਦਿਨ ਦੇ ਅੰਦਰ ਜਿਹੜੀ ਪਾਰਟੀ ਨੇ ਕੇਸ ਦਾਇਰ ਕੀਤਾ ਉਹ 30 ਦਿਨ ਦੇ ਵਿੱਚ ਉਹਨਾਂ ਕੋਲ ਕੋਈ ਮੁਸ਼ਕਲਾਂ ਸੀਗੀਆਂ, ਇਸ ਕਰਕੇ ਉਹ ਕੇਸ ਨਹੀਂ ਦਾਇਰ ਕਰ ਸਕਦੇ ਸੀ। ਅਗਰ ਉਹ ਸੈਟਿਸਫਾਈਡ ਹੈਗੇ ਆ ਨੈਸ਼ਨਲ ਕਮਿਸ਼ਨ, ਅਤੇ ਫਿਰ ਉਹ ਉਹਨਾਂ ਦੀ ਸਟੇਟ ਕਮਿਸ਼ਨ ਦੇ ਜਿਹੜੇ ਕੇਸਿਸ ਹੈਗੇ ਜਿਹੜੇ ਵਿੱਚ ਪਾਰਟੀ ਨਾ ਖੁਸ਼ ਆ ਉਹਨਾਂ ਦੇ ਕੇਸ ਨੂੰ 30 ਦਿਨ ਤੋਂ ਬਾਅਦ ਵੀ ਸਵੀਕਾਰ ਕਰ ਸਕਦੀ ਹੈ। ਇਹਦੇ ਵਿੱਚ ਵੀ ਉਹੀ ਸਿਸਟਮ ਹੈ, ਅਗਰ ਸਟੇਟ ਕਮਿਸ਼ਨ ਨੇ ਕਿਸੇ ਪਾਰਟੀ ਨੂੰ ਕਹਿ ਦਿੱਤਾ ਕਿ ਤੁਸੀਂ ਪੇਮੈਂਟ ਕਰੋ, ਅਤੇ ਜਿੰਨੀ ਪੇਮੈਂਟ ਕਰਨ ਲਈ ਕਿਹਾ ਗਿਆ ਉਹਦਾ 50% ਹਿੱਸਾ ਜਾਂ 35,000 ਰੁਪਏ, ਇਹਨਾਂ ਦੋਨਾਂ ਵਿੱਚੋਂ ਜਿਹੜੀ ਵੀ ਰਾਸ਼ੀ ਘੱਟ ਹੋਵੇ, ਜਦ ਤੱਕ ਉਹ ਧਿਰ ਉਹ ਪੇਮੈਂਟ ਨਹੀਂ ਕਰੂਗੀ ਤਦ ਤੱਕ ਉਹ ਨੈਸ਼ਨਲ ਕਮਿਸ਼ਨ ਕੋਲ ਆਪਣੀ ਅਰਜ਼ੀ ਨਹੀਂ ਦਾਇਰ ਕਰ ਸਕਦੀ। ਅਤੇ ਇਹਦੇ ਵਿੱਚ ਉਪਭੋਗਤਾ ਸੰਰਖਣ ਅਧਿਨਿਯਮ 1986 ਦੇ ਵਿੱਚ ਰਾਜ ਆਯੋਗ ਜਾਂ ਰਾਸ਼ਟਰੀ ਆਯੋਗ ਦੇ ਸਾਹਮਣੇ ਜੋ ਵੀ ਦਾਖਲ ਕੀਤੀ ਗਈ ਅਪੀਲ ਹੁੰਦੀ ਹੈ ਉਹਨੂੰ ਛੇਤੀ ਨਿਪਟਾਉਣਾ ਹੁੰਦਾ ਹੈ ਜਿੰਨੀ ਜਲਦੀ ਹੋ ਸਕੇ। ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਪੀਲ ਦਾਇਰ ਹੋਣ ਦੇ 90 ਦਿਨਾਂ ਦੇ ਅੰਦਰ ਅੰਦਰ ਉਹਦੇ ਉੱਤੇ ਅੰਤਿਮ ਫੈਸਲਾ, 90 ਦਿਨ ਦਾ ਮਤਲਬ 3 ਮਹੀਨੇ ਦੇ ਅੰਦਰ ਅੰਦਰ ਉਹਦੇ ਉੱਤੇ ਅੰਤਿਮ ਫੈਸਲਾ ਹੋ ਜਾਣਾ ਚਾਹੀਦਾ ਹੈ। ਫਿਰ ਇਸੇ ਤਰੀਕੇ ਨਾਲ ਅਗਰ ਨੈਸ਼ਨਲ ਕਮਿਸ਼ਨ ਦੇ ਵਿੱਚ ਕੋਈ ਜਿਹੜਾ ਕੇਸ ਚੱਲਿਆ ਉਹਦੇ ਵਿੱਚ ਜੋ ਫੈਸਲਾ ਦਿੱਤਾ ਗਿਆ ਅਗਰ ਉਹ ਕਿਸੇ ਪਾਰਟੀ ਨੂੰ ਨਾ ਮਨਜ਼ੂਰ ਆ, ਉਹ ਤੋਂ ਉਹਨਾਂ ਨੂੰ ਖੁਸ਼ੀ ਨਹੀਂ ਹੋਈ, ਅਤੇ ਉਹ ਫਿਰ 30 ਦਿਨਾਂ ਦੇ ਅੰਦਰ ਅੰਦਰ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕੇਸ ਜਿਹੜਾ ਆ ਫਾਈਲ ਕਰ ਸਕਦੇ ਆ। ਅਤੇ ਇਹਦੇ ਵਿੱਚ ਇਹੀ ਹੈ ਕਿ ਉਹੀ ਕੇਸ ਸੁਪਰੀਮ ਕੋਰਟ ਕੋਲ ਜਾਊਗੇ ਜਿਹੜੇ ਰਾਸ਼ਟਰੀ ਆਯੋਗ ਦੇ ਮੁੱਢਲੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ, ਮਤਲਬ 1 ਕਰੋੜ ਜਾਂ 1 ਕਰੋੜ ਤੋਂ ਜ਼ਿਆਦਾ ਵਾਲੀ ਰਾਸ਼ੀ ਵਾਲੇ ਜਿਹੜੇ ਕੇਸ ਆ ਜਿਨ੍ਹਾਂ ਦੇ ਵਿੱਚ ਫੈਸਲਾ ਉਹ ਸੁਣਾਇਆ ਗਿਆ ਰਾਸ਼ਟਰੀ ਆਯੋਗ ਦੇ ਕੋਲ, ਜਿਹੜਾ ਇਹਨਾਂ ਦਾ ਮੁੱਢਲਾ ਅਧਿਕਾਰ ਖੇਤਰ ਆ, ਅਤੇ ਇਹਨਾਂ ਕੋਲ 1 ਕਰੋੜ ਜਾਂ 1 ਕਰੋੜ ਤੋਂ ਵੱਧ ਰਾਸ਼ੀ ਵਾਲੇ ਕੇਸ ਆਉਂਦੇ, ਉਹਦੇ ਵਿੱਚ ਅਗਰ ਕੋਈ ਫੈਸਲਾ ਇਹਨਾਂ ਨੇ ਸੁਣਾਇਆ ਲੇਕਿਨ ਉਹ ਪਾਰਟੀ ਨੂੰ ਪਸੰਦ ਨਹੀਂ ਆਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ ਜਿਹੜਾ ਬੇਇਨਸਾਫੀ ਹੋਈ ਉਹਨਾਂ ਦੇ ਨਾਲ, ਅਤੇ ਉਹ ਫਿਰ ਸੁਪਰੀਮ ਕੋਰਟ ਦੇ ਕੋਲ ਬਣਦੀ ਫੀਸ ਵਗੈਰਾ ਜਮ੍ਹਾਂ ਕਰਾ ਕੇ ਉਹ ਅਪੀਲ ਕਰ ਸਕਦੇ ਆ, ਅਤੇ ਉਹਨਾਂ ਦੇ ਅਪੀਲ ਜਿਹੜੀ ਫਿਰ ਉੱਥੇ ਸੁਣਵਾਈ ਕੀਤੀ ਜਾਊਗੀ। ਲੇਕਿਨ ਉਹ ਤਦੇ ਹੀ ਅਪੀਲ ਉੱਥੇ ਕਰ ਸਕਦੇ ਨੇ ਜਦੋਂ ਕਿ ਉਹਨਾਂ ਨੇ ਅਗਰ ਨੈਸ਼ਨਲ ਕਮਿਸ਼ਨ ਨੇ ਉਸ ਪਾਰਟੀ ਨੂੰ ਕਿਹਾ ਹੈ ਕਿ ਤੁਸੀਂ ਕੁਛ ਪੇਮੈਂਟ ਕਰੋ ਦੂਜੀ ਪਾਰਟੀ ਨੂੰ, ਅਤੇ ਜਿੰਨੀ ਪੇਮੈਂਟ ਕਰਨ ਵਾਸਤੇ ਕਿਹਾ ਉਹਦਾ 50% ਜਾਂ 50,000 ਇਹਨਾਂ ਦੋਨਾਂ ਵਿੱਚੋਂ ਜਿਹੜੀ ਰਾਸ਼ੀ ਘੱਟ ਹੋਵੇ, ਜਦ ਤੱਕ ਉਹ ਪੇ ਨਹੀਂ ਕਰੂਗੇ ਦੂਜੀ ਪਾਰਟੀ ਨੂੰ ਤਦ ਤੱਕ ਉਹ ਸੁਪਰੀਮ ਕੋਰਟ ਆਫ ਇੰਡੀਆ ਕੋਲ ਆਪਣਾ ਜਿਹੜਾ ਕੇਸ ਲੈ ਕੇ ਨਹੀਂ ਜਾ ਸਕਦੇ। ਇਸ ਤੋਂ ਬਾਅਦ ਲਾਸਟ ਵਿੱਚ ਜਿਹੜਾ ਹੈਗਾ ਆ ਸ਼ਿਕਾਇਤ ਦਾਖਲ ਕਰਨ ਸੰਬੰਧੀ ਸਮਾਂ ਕਾਲ ਕੀ ਹੈਗਾ, ਅਤੇ ਇਹਨਾਂ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਜਦੋਂ ਵੀ ਕਿਸੇ ਉਪਭੋਗਤਾ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਸ਼ੋਸ਼ਣ ਹੁੰਦਾ ਜਾਂ ਉਹਦੇ ਨਾਲ ਕਿਸੇ ਤਰੀਕੇ ਦਾ ਵੀ ਕੋਈ ਧੋਖਾਧੜੀ ਵਗੈਰਾ ਹੁੰਦੀ ਹੈ, ਅਤੇ ਉਹ ਆਪਣਾ ਇਹਨਾਂ ਮੰਚਾਂ ਕੋਲ ਜਾ ਸਕਦਾ, ਜ਼ਿਲ੍ਹਾ ਮੰਚ, ਰਾਜ ਮੰਚ, ਰਾਸ਼ਟਰੀ ਆਯੋਗ ਕੋਲ ਜਾ ਸਕਦਾ ਹੈ। ਸ਼ਿਕਾਇਤ ਮਤਲਬ ਜਿੱਦਣ ਇਹ ਸਾਰੀ ਵਾਰਦਾਤ ਹੋਈ ਹੈ ਉਸ ਤੋਂ 2 ਸਾਲ ਦੇ ਅੰਦਰ ਅੰਦਰ ਦਾ ਸਮਾਂ ਹੈਗਾ ਆ। 2 ਸਾਲ ਤੋਂ ਬਾਅਦ ਜਿਹੜਾ ਆ ਸਵੀਕਾਰ ਨਹੀਂ ਕੀਤੀ ਜਾਊਗੀ। ਲੇਕਿਨ ਅਗਰ ਇਹੋ ਜਿਹੀ ਕੋਈ ਸਥਿਤੀ ਹੋਵੇ ਜਿੱਥੇ ਉਹ ਜਿਹੜਾ ਸ਼ਿਕਾਇਤ ਕਰਤਾ ਆ ਉਹ ਮੰਚ ਨੂੰ, ਆਯੋਗ ਨੂੰ ਯਕੀਨ ਦਿਵਾ ਸਕੇ ਕਿ 2 ਸਾਲ ਦੇ ਵਿੱਚ ਸ਼ਿਕਾਇਤ ਦਾਖਲ ਕਰਨ ਦਾ ਕੋਈ ਉਹਦੇ ਕੋਲ ਉਚਿਤ ਕਾਰਨ ਸੀਗਾ, 2 ਸਾਲ ਦੇ ਵਿੱਚ ਉਹ ਸ਼ਿਕਾਇਤ ਇਸ ਕਰਕੇ ਨਹੀਂ ਦਰਜ ਕਰ ਸਕਿਆ, ਅਤੇ ਉਹ ਆਯੋਗ ਜਾਂ ਮੰਚ ਇਸ ਚੀਜ਼ ਤੋਂ ਸੰਤੁਸ਼ਟ ਹੋ ਜਾਣ, ਅਤੇ ਫਿਰ ਉਹ 2 ਸਾਲ ਤੋਂ ਬਾਅਦ ਵੀ ਜਿਹੜੀ ਹੈ ਸ਼ਿਕਾਇਤ ਨੂੰ ਸਵੀਕਾਰ ਕੀਤਾ ਜਾ ਸਕਦਾ। ਲੇਕਿਨ ਵੱਧ ਤੋਂ ਵੱਧ 2 ਸਾਲ ਦਾ ਸਮਾਂ ਹੈ ਜਿਹਦੇ ਵਿੱਚ ਇਹ ਸ਼ਿਕਾਇਤ ਜਿਹੜੀ ਆ ਉਹ ਦਰਜ ਹੋ ਜਾਣੀ ਚਾਹੀਦੀ ਹੈ, ਜਿਹਦੇ ਵਿੱਚ ਵੀ ਕੋਈ ਕੰਜ਼ਿਊਮਰ ਉਪਭੋਗਤਾ ਸੰਬੰਧੀ ਕੋਈ ਮਸਲਾ ਹੈਗਾ ਆ। ਇਹਦੇ ਵਿੱਚ ਦੰਡ ਵਗੈਰਾ ਕੀ ਆ ਕਿ ਅਗਰ ਉਪਭੋਗਤਾ ਸੰਰਖਣ ਅਧਿਨਿਯਮ 1986 ਦੀ ਧਾਰਾ 27 ਵਿੱਚ ਦੰਡਾਂ ਦਾ ਵਰਣਨ ਕੀਤਾ ਗਿਆ, ਪੈਨਲਟੀਜ਼ ਦਾ, ਅਗਰ ਕੋਈ ਵੀ ਵਪਾਰੀ ਜਾਂ ਹੋਰ ਵਿਅਕਤੀ ਜਿਹਦੇ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ ਜਾਂ ਫਿਰ ਸ਼ਿਕਾਇਤਕਰਤਾ ਹੀ ਕਿਉਂ ਨਾ ਹੋਵੇ, ਉਹ ਅਗਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਅਤੇ ਉਹਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਇਹ ਹੁਕਮ ਨਹੀਂ ਮੰਨਦਾ, ਤਾਂ ਫਿਰ ਉਹਨੂੰ ਘੱਟ ਤੋਂ ਘੱਟ 1 ਮਹੀਨੇ ਜਾਂ ਵੱਧ ਤੋਂ ਵੱਧ 3 ਸਾਲ ਦੀ ਜੇਲ੍ਹ ਦੀ ਸਜ਼ਾ ਜਾਂ ਫਿਰ ਘੱਟ ਤੋਂ ਘੱਟ 2,000 ਰੁਪਏ ਜਾਂ 10,000 ਰੁਪਏ ਵੱਧ ਤੋਂ ਵੱਧ ਜੁਰਮਾਨਾ ਜਾਂ ਫਿਰ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। ਅਤੇ ਇਹ ਸਾਰੀਆਂ ਚੀਜ਼ਾਂ ਨੇ। ਅੱਗੇ ਕੰਜ਼ਿਊਮਰਸ ਨੂੰ ਕਿਹੜੇ ਜਾਂ ਉਪਭੋਗਤਾਵਾਂ ਨੂੰ ਕਿਹੜੇ ਰਾਹਤਾਂ ਜਾਂ ਉਪਾਅ ਉਪਲਬਧ ਨੇ, ਉਹ ਸਾਰੀਆਂ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਲਿਖੀਆਂ ਹੋਈਆਂ ਨੇ। ਉਹਨਾਂ ਨੂੰ ਕਿਹੜੇ ਉਹਨਾਂ ਕੋਲ ਚੀਜ਼ਾਂ ਜਾਂ ਰਾਹਤਾਂ ਉਹਨਾਂ ਨੂੰ ਮਿਲ ਸਕਦੀਆਂ ਨੇ। ਇਹਦੇ ਵਿੱਚ ਇਸ ਐਕਟ ਦੇ ਵਿੱਚ ਜੋ ਵੀ ਵਸਤੂਆਂ ਜਿਨ੍ਹਾਂ ਦੇ ਵਿੱਚ ਦੋਸ਼ ਆ ਉਹ ਵਸਤੂਆਂ ਵਿਚਲੀ ਕਮੀ ਨੂੰ ਦੂਰ ਕਰਨ ਲਈ
ਪੂਰਤੀਕਰਤਾਵਾਂ ਨੂੰ ਕਿਹਾ ਜਾ ਸਕਦਾ ਹੈ। ਦੋਸ਼ ਜਿਨ੍ਹਾਂ ਵਸਤੂਆਂ ਦੇ ਵਿੱਚ ਕੋਈ ਉਤਪਾਦਾਂ ਦੇ ਵਿੱਚ ਕੋਈ ਡਿਫੈਕਟ ਹੈ ਉਹਨਾਂ ਨੂੰ ਦੂਰ ਕਰਨ ਵਾਸਤੇ ਕਿਹਾ ਜਾ ਸਕਦਾ ਹੈ। ਜੋ ਵੀ ਉਤਪਾਦ ਲਈ ਕੀਮਤ ਉਹਨੇ ਪੇ ਕੀਤੀ ਹੈ ਖਰੀਦਦਾਰ ਨੇ, ਉਹਨੂੰ ਵਾਪਸ ਕਰਨ ਲਈ ਕਿਹਾ ਜਾ ਸਕਦਾ ਹੈ ਦੁਕਾਨਦਾਰ ਨੂੰ ਜਾਂ ਸੈਲਰ ਨੂੰ। ਹਾਨੀ ਹੋਈ ਹੈ ਜੋ ਕੋਈ ਨੁਕਸਾਨ, ਉਹਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਕੁਛ ਉਚਿਤ ਸਥਿਤੀਆਂ ਦੇ ਵਿੱਚ ਦੰਡ ਵੀ, ਜੁਰਮਾਨੇ ਵੀ ਲਗਾਏ ਜਾ ਸਕਦੇ ਨੇ। ਠੀਕ ਹੈ ਜੀ। ਅਤੇ ਜਿਹੜੀ ਗਲਤ ਪ੍ਰੈਕਟਿਸਿਸ ਕਰ ਰਹੇ ਨੇ ਉਹਨਾਂ ਨੂੰ ਭਵਿੱਖ ਵਿੱਚ ਨਾ ਕਰਨ ਵਾਸਤੇ ਉਹਨਾਂ ਦੁਕਾਨਦਾਰਾਂ ਨੂੰ ਜਾਂ ਸੈਲਰਸ ਨੂੰ ਜਾਂ ਰੋਕਿਆ ਜਾ ਸਕਦਾ ਹੈ। ਖਤਰਨਾਕ ਵਸਤੂਆਂ ਸੇਵਾਵਾਂ ਨੂੰ ਵਿਕਰੀ ਨੂੰ ਬੰਦ ਕੀਤਾ ਜਾ ਸਕਦਾ ਹੈ। ਬਾਜ਼ਾਰ ਵਿੱਚੋਂ ਵਾਪਸ ਕਰਨ ਲਈ ਲੈਣ ਵਾਸਤੇ ਕਿਹਾ ਜਾ ਸਕਦਾ ਹੈ। ਉਤਪਾਦਨ ਨੂੰ ਬੰਦ ਕਰਨ ਵਾਸਤੇ ਕਿਹਾ ਜਾ ਸਕਦਾ ਹੈ। ਉਪਭੋਗਤਾ ਕਲਿਆਣ ਲਈ ਯੋਗਦਾਨ ਦੇਣ ਵਾਲੇ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਧਿਰ ਉੱਪਰ ਜੁਰਮਾਨਾ ਲਗਾਇਆ ਜਾ ਸਕਦਾ ਹੈ। ਅਤੇ ਇਹ ਸਾਰੇ ਕੰਮ ਜਿਹੜੇ ਰਾਹਤਾਂ ਜਿਹੜੀਆਂ ਨੇ ਕੰਜ਼ਿਊਮਰਸ ਨੂੰ ਮਿਲਦੀਆਂ ਨੇ। ਅਤੇ ਇੱਥੇ ਤੱਕ ਆਪਾਂ ਦੇਖਿਆ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਜਿਹੜਾ ਆ ਉਹ ਕਾਫੀ ਵੱਡੇ ਲੈਵਲ 'ਤੇ ਜਿਹੜਾ ਆ ਉਹ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਵਾਸਤੇ ਕੰਮ ਕਰਦਾ ਹੈ ਅਤੇ ਕੰਜ਼ਿਊਮਰਸ ਨੂੰ ਜਿਹੜਾ ਹੈ ਸੁਰੱਖਿਆ ਪ੍ਰਦਾਨ ਕਰਦਾ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਅਤੇ ਇਸ ਤਰੀਕੇ ਨਾਲ ਇਹਦੇ ਵਿੱਚ ਇਹ ਸਾਰੇ ਪ੍ਰੋਵੀਜ਼ਨਸ ਜਿਹੜੇ ਨੇ ਅਵੇਲੇਬਲ ਹੈਗੇ ਨੇ। ਅਤੇ ਇਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਆਪਣਾ ਟੋਪਿਕ ਹੈ, ਇਸ ਲੈਸਨ ਦਾ ਲਾਸਟ ਟੋਪਿਕ ਹੈ ਜਿਹੜਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਸੀ ਸਟਾਰਟਿੰਗ ਦੇ ਵਿੱਚ, ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਉਹਦੀ ਥਾਂ 'ਤੇ ਹੁਣ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਜਿਹੜਾ ਨਵਾਂ ਉਹ ਲਾਗੂ ਹੋਇਆ ਅਤੇ ਉਹਦੇ ਬਾਰੇ ਆਪਾਂ ਪੜ੍ਹਾਂਗੇ।